परमेश्वर की हज़ूरी विच बैठे सारे भैन भरावां नूं प्यार भरी जय मसीह दी। अज शाम के समय में आपां परमेश्वर की हज़ूरी विच इकट्ठे होए हां। आओ अज दे दिन की किरपा दे लई परमेश्वर जी का धन्नवाद करते हुए प्रार्थना करिए। हालेलुया 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 हालेलुया। धन्नवाद 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 पिता परमेश्वर मसीह नासरी तुहाडा धन्नवाद करते हैं। ताले शुक्र करते मेरे प्रभु जी अज दे इस दिन की किरपा दे लई मेरे पिता परमेश्वर दिन भर तुसीं सानूं संभाल के रखिया मेरे प्रभु जी। साडी आउण जाण विच साडी मदद ते सहायता कीती तुहाडा धन्नवाद करते हैं। प्रभु तुहाडे पवित्र स्वर्गदूतां ने साडी राखी कीते मेरे पिता परमेश्वर। साडे रास्ते नूं सीधा कीता मेरे प्रभु जी। सारियां उलझनां परेशानियां मुश्किलां बीमारियां तो सानूं बचा के रखिया तुहाडा धन्नवाद करते हैं। प्रभु जी असीं शाम दे समय विच तुहाडी हज़ूरी विच इकट्ठे हुंदे मेरे पिता। तुहाडे पाक वचन नूं पढ़न और सुनन लई जा रहे मेरे प्रभु जी। साडी मदद करना मेरे पिता कि दिता होया अज दा इह खास वचन साडे हिरदियां दे अंदर जमा हो जावे और साडे लई आशीष ते बरकत दा कारण बने और कोई भी शैतान दी शक्ति इस सुंदर समय नूं साडे कोलों चुरा ना पावे। असीं इह मंगदे हां साडे प्रभु यीशु मसीह जी दे नाम विच आमीन। अज आपां परमेश्वर दे वचन चों जाणांगे लूका 18:9 और 10 नंबर आयत नूं। उसने बहुतिਆਂ ਨੂੰ ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ ਕਿ ਅਸੀਂ ਧਰਮੀ ਹਾਂ ਅਤੇ ਦੂਜਿਆਂ ਨੂੰ ਤੁੱਛ ਜਾਣਦੇ ਸਨ ਇਹ ਦ੍ਰਿਸ਼ਟਾਂਤ ਵੀ ਦਿੱਤਾ ਕਿ ਦੋ ਆਦਮੀ ਪ੍ਰਾਰਥਨਾ ਕਰਨ ਲਈ ਹੈਕਲ ਭਵਨ ਵਿੱਚ ਗਏ, ਇੱਕ ਫਰੀਸੀ ਅਤੇ ਦੂਜਾ ਚੁੰਗੀ ਲੈਣ ਵਾਲਾ ਸੀ। ਹਾਲੇਲੂਇਆ। यीशु मसीह कहते कि उत्थे बहुत ज़्यादा धर्मी लोग सी। वचन सानू दसदा कि जिहड़े धर्मी लोग सी वो अपने आप नूं कहिंदे सी कि असीं धर्मी आ। वो लोग सी जिन्हां नूं लगदा सी कि असीं धर्मी आ। वो धर्मी लोग कौन हो सकदे आ? जिहड़े कहंदे सी कि असीं वर्त रखदे आ, असीं प्रार्थनावां करदे आ, लंबीआं प्रार्थनावां करदे आ, लंबे वर्त रखदे आ और व्यवस्था दी पोथी नूं असीं पढ़दे आ। वो लोग सी उस जगह ते ਅਤੇ ਉਹਨਾਂ ਦੀ ਧਾਰਮਿਕਤਾ ਕਿਹੜੀ ਸੀ? ਝੂਠੀ ਧਾਰਮਿਕਤਾ ਸੀ। ਕਿਉਂਕਿ ਉਹ ਸਿਰਫ ਵਚਨ ਨੂੰ ਪੜ੍ਹਦੇ ਸੀ, ਜੋ ਵਿਵਸਥਾ ਦੀ ਪੋਥੀ ਸੀ ਉਹਨੂੰ ਪੜ੍ਹਦੇ ਸੀ ਪਰ ਉਹਨੂੰ ਮੰਨਦੇ ਨਹੀਂ ਸੀ। ਉਹ ਦੁਆਵਾਂ ਕਰਦੇ ਸੀ ਪਰਮੇਸ਼ਰ ਦੇ ਲਈ ਨਹੀਂ ਪਰ ਲੋਕਾਂ ਦੇ ਲਈ ਕਰਦੇ ਸੀ। ਉਹ ਲੋਕ ਜਿਹੜੇ ਵਰਤ ਰੱਖਦੇ ਸੀ ਤਾਂ ਜੋ ਲੋਕਾਂ ਦੇ ਵਿੱਚ ਵਾਹ ਖੱਟਣ, ਪਰਮੇਸ਼ਰ ਦੇ ਲਈ ਨਹੀਂ। ਕਿਉਂਕਿ ਉਸ ਵੇਲੇ ਦੀ ਧਾਰਮਿਕਤਾ ਸਿਰਫ ਤੇ ਸਿਰਫ ਦਿਖਾਵਾ ਸੀ ਜੋ ਕਿ ਲੋਕ ਕਰਦੇ ਸੀ। ਅਲੱਗ-ਅਲੱਗ ਤਰ੍ਹਾਂ ਦੇ ਵਰਤ ਰੱਖਣੇ, ਉੱਚੇ ਚੌਂਕਾਂ 'ਚ ਖੜ ਕੇ ਰੌਲਾ ਪਾ ਦੁਆਵਾਂ ਕਰਨੀਆਂ ਪਰ ਕਿਸੇ ਜ਼ਰੂਰਤਮੰਦ ਦੀ ਮਦਦ ਨਹੀਂ ਕਰਨੀ, ਕਿਸੇ ਬੇਸਹਾਰਾ ਨੂੰ ਸਹਾਰਾ ਨਹੀਂ ਸੀ ਦਿੰਦੇ, ਕਦੇ ਕਿਸੇ ਇਨਸਾਨ ਨੂੰ ਇਨਸਾਨ ਨਹੀਂ ਸੀ ਸਮਝਦੇ। ਆਪਣੇ ਆਪ ਨੂੰ ਬੁਰਿਆਂ ਲੋਕਾਂ ਤੋਂ ਦੂਰ ਰੱਖਦੇ ਸੀ ਕਿ ਅਸੀਂ ਤਾਂ ਧਰਮੀ ਆ, ਅਸੀਂ ਤਾਂ ਪਾਪੀਆਂ ਦੇ ਵਿੱਚ ਕਿਉਂ ਬੈਠੀਏ, ਅਸੀਂ ਤਾਂ ਸ਼ੁੱਧ ਆ, ਅਸੀਂ ਤਾਂ ਸਾਫ਼ ਆ, ਅਸੀਂ ਗਰੀਬਾਂ ਮਸਕੀਨਾਂ 'ਚ ਕਿਉਂ ਬੈਠੀਏ। ਉਹ ਲੋਕ ਇੱਦਾਂ ਦੇ ਸੀ ਜਿਹੜੇ ਕਹਿੰਦੇ ਸੀ ਕਿ ਅਸੀਂ ਧਰਮੀ ਆ ਪਰ ਦੂਜਿਆਂ ਨੂੰ ਤੁੱਛ ਸਮਝਦੇ ਸੀ ਕਿ ਉਹਨਾਂ ਦੀ ਧਾਰਮਿਕਤਾ ਇੱਕ ਢੋਂਗ ਸੀ। ਔਰ ਉਹ ਢੋਂਗ ਵੇਖ ਕੇ, ਉਹ ਡਰਾਮਾ ਵੇਖ ਕੇ ਯੀਸ਼ੂ ਮਸੀਹ ਨੇ ਉਹਨਾਂ ਨੂੰ ਉਹਨਾਂ ਦਾ ਅਸਲੀ ਚਿਹਰਾ ਦਿਖਾਉਣ ਦੇ ਲਈ ਇੱਕ ਦ੍ਰਿਸ਼ਟਾਂਤ ਦਿੱਤਾ। ਇਹ ਧਰਮੀਆਂ ਦੇ ਲਈ ਦਿੱਤਾ ਗਿਆ। ਔਰ ਅੱਜ ਵੀ ਬਹੁਤ ਸਾਰੇ ਆ ਜਿਹੜੇ ਇਹ ਗੱਲ ਸੋਚਦੇ ਹੋਣੇ ਕਿ ਮੈਂ ਧਰਮੀ ਆ, ਮੈਂ ਸਵੇਰ ਸ਼ਾਮ ਦੀ ਪ੍ਰਾਰਥਨਾ ਸੁਣਦਾ ਆ, ਮੈਂ ਵਚਨਾਂ ਨੂੰ ਪੜ੍ਹਦਾ ਆ, ਮੈਂ 2.5 ਘੰਟੇ, ਮੈਂ 6 ਘੰਟੇ, ਮੈਂ 3 ਘੰਟੇ, ਮੈਂ 4 ਘੰਟੇ ਪ੍ਰਾਰਥਨਾ ਕਰਦਾ ਆ, ਮੈਂ ਸਵੇਰ ਤੋਂ ਲੈ ਕੇ 8 ਵਜੇ ਤੱਕ ਵਰਤ ਰੱਖਦਾ ਆ, ਮੈਂ 40 ਵਰਤ ਰੱਖਦਾ ਆ। ਬਹੁਤਿਆਂ ਦੇ ਮਨਾਂ ਦੇ ਵਿੱਚ ਇਹ ਸੋਚਾਂ ਜਿਹੜੇ ਅੱਜ ਇਸ ਪ੍ਰਾਰਥਨਾ ਨੂੰ ਖੋਲ੍ਹੀ ਬੈਠੇ ਨੇ ਉਹਨਾਂ ਦੇ ਬਹੁਤਿਆਂ ਦੇ ਮਨਾਂ ਵਿੱਚ ਅਜਿਹੀਆਂ ਸੋਚਾਂ ਹੋਣਗੀਆਂ ਕਿ ਹਾਂ ਬਈ ਮੈਂ ਧਰਮੀ ਆ ਕਿਉਂਕਿ ਮੈਂ ਇਹ ਸਾਰੇ ਕੰਮ ਕਰਦਾ ਆ। ਪਰ ਇੱਕ ਧਰਮੀ ਦੇ ਲਈ ਇਹ ਕੰਮ ਕਰਨੇ ਹੀ ਜ਼ਰੂਰੀ ਆ ਜਾਂ ਫਿਰ ਇਸ ਤੋਂ ਬਾਅਦ ਵੀ ਕੁਝ ਵਿਵਸਥਾ ਆ, ਇਹ ਤੋਂ ਬਾਅਦ ਦੀ ਵੀ ਕੋਈ ਰੂਲ ਨਿਯਮ ਹੈਗੇ ਨੇ ਤਾਂ ਉਹ ਜਾਣਨ ਦੇ ਲਈ ਅੱਜ ਇਸ ਦ੍ਰਿਸ਼ਟਾਂਤ ਵਿੱਚੋਂ ਅਸੀਂ ਜਾਣਾਂਗੇ ਕਿ ਅਸੀਂ ਕਿੰਨੇ % ਧਰਮੀ ਆ। ਪ੍ਰਭੂ ਦੱਸਦਾ ਆ ਕਿ 2 ਬੰਦੇ ਆ, ਇੱਕ ਫਰੀਸੀ ਆ ਤੇ ਇੱਕ ਮਸੂਲੀਆ ਆ। ਫਰੀਸੀ ਲੋਕ ਸੀ ਜਿਹੜੇ ਉਹ ਆਪਣੇ ਆਪ ਨੂੰ ਬਹੁਤ ਧਰਮੀ ਮੰਨਦੇ ਸੀ। ਲੰਬੀਆਂ ਪ੍ਰਾਰਥਨਾਵਾਂ, ਵੱਡੇ ਵਰਤ, ਉੱਚੀ ਚੌਂਕਾਂ ਦੇ ਵਿੱਚ ਖੜ ਕੇ, ਚਿੱਟੇ ਵਸਤਰ ਪਾ ਕੇ, ਹੱਥ ਵਿੱਚ ਵਿਵਸਥਾ ਦੀ ਪੋਥੀ ਫੜੀ ਰੱਖਦੇ ਸੀਗੇ ਤੇ ਆਪਣੇ ਆਪ ਨੂੰ ਬੜਾ ਸੰਭਾਲ ਕੇ ਤੇ ਲੋਕਾਂ ਤੋਂ ਲੁਕਾ ਕੇ ਤੇ ਮੈਲਿਆਂ ਲੋਕਾਂ ਤੋਂ, ਮਸਕੀਨਾਂ ਤੋਂ, ਪਾਪੀਆਂ ਤੋਂ, ਗਰੀਬਾਂ ਤੋਂ ਔਰ ਬਿਮਾਰਾਂ ਤੋਂ ਆਪਣੇ ਆਪ ਨੂੰ ਪਾਸਾ ਕਰਕੇ ਲੰਘਦੇ ਸੀ ਵੀ ਕਿਤੇ ਸਾਨੂੰ ਨਾ ਹੋ ਜਾਏ ਕਿਉਂਕਿ ਅਸੀਂ ਤਾਂ ਬਚਾਏ ਹੋਏ ਆ, ਅਸੀਂ ਧਰਮੀ ਆ।
ਤਾਂ ਚੁੰਗੀ ਲੈਣ ਵਾਲਾ ਸੀ ਜਿਹੜਾ ਉਹ ਮਸੂਲੀਆ ਸੀ। ਕਈਆਂ ਦੀ ਬਾਈਬਲ ਵਿੱਚ ਮਸੂਲੀਆ ਲਿਖਿਆ ਹੋਏਗਾ, ਜਿਹੜੀ ਬੁੱਕ ਆ ਬਾਈਬਲ ਦੀ ਉਹਦੇ ਵਿੱਚ ਮਸੂਲੀਆ ਲਿਖਿਆ ਹੋਵੇ। ਇਹ ਜੋ ਵਚਨ ਲਿਖਦੀ ਹਾਂ ਇਹ ਮੈਂ ਫੋਨ 'ਚੋਂ ਲਿਖਦੀ ਹਾਂ, ਫੋਨ ਦੇ ਐਪ ਤੋਂ ਚੱਕਦੀ ਹਾਂ। ਐਪ ਦੇ ਵਿੱਚ ਕੁਝ ਅਲੱਗ ਤਰੀਕੇ ਨਾਲ ਲਿਖਿਆ ਹੋਇਆ, ਆਫਲਾਈਨ ਪੰਜਾਬੀ ਬਾਈਬਲ ਡਾਊਨਲੋਡ ਕੀਤੀ ਆ ਮੈਂ, ਉਹਦੇ ਵਿੱਚ ਇਹ ਵਚਨ ਲਿਖਦੇ ਹਾਂ ਔਰ ਉਹਦੇ ਵਿੱਚ ਥੋੜ੍ਹਾ ਜਿਹਾ ਲਿਖਣ 'ਚ ਫਰਕ ਆ ਪਰ ਮਤਲਬ ਸੇਮ ਹੀ ਆ, ਮਤਲਬ ਨਹੀਂ ਬਦਲੇਗਾ। ਇੱਥੇ ਲਿਖਿਆ ਹੋਇਆ ਚੁੰਗੀ ਲੈਣ ਵਾਲਾ, ਤੁਹਾਡੇ ਕੋਲ ਬਾਈਬਲ ਦੇ ਵਿੱਚ ਮਸੂਲੀਆ ਲਿਖਿਆ ਹੋਏਗਾ, ਮਤਲਬ ਸੇਮ ਹੀ ਆ। ਤਾਂ ਕਹਿੰਦਾ ਜਿਹੜਾ ਮਸੂਲੀਆ ਸੀ ਉਹ ਲੋਕਾਂ ਤੋਂ ਕਰ ਵਸੂਲ ਕਰਦਾ ਹੁੰਦਾ ਸੀ, ਕਿਉਂਕਿ ਉਹਦੀ ਡਿਊਟੀ ਸੀ ਕਰ ਲੈਣਾ। ਜਿਹੜੇ ਉਸ ਸਮੇਂ ਦੇ ਰਾਜਾ ਹੁੰਦਾ ਸੀ, ਕੈਸਰ ਹੁੰਦਾ ਸੀ, ਜਿਵੇਂ ਜਜ਼ੀਆ ਲੈਂਦੇ ਸੀ, ਉਹ ਕਰ ਵਸੂਲ ਕਰਨ ਵਾਲਾ ਸੀ ਔਰ ਉਹ ਕਰ ਧੋਖੇ ਨਾਲ ਵੀ ਲੈ ਲੈਂਦੇ ਸੀ, ਕਈ ਵਾਰ ਕੁੱਟ ਮਾਰ ਕੇ ਵੀ ਲੈਂਦੇ ਸੀ ਕਿ ਨਹੀਂ ਰਾਜੇ ਨੇ ਕਿਹਾ ਤੇ ਲੈਣਾ ਹੀ ਲੈਣਾ ਆ ਕਰ। ਤਾਂ ਉਹ ਬੰਦਾ ਤੇ ਇੱਕ ਉਹ ਬੰਦਾ ਜਿਹੜਾ ਕਹਿ ਰਿਹਾ ਮੈਂ 100% ਧਰਮੀ ਆ, ਉਹ ਦੋਨੋਂ ਕਿੱਥੇ ਗਏ? ਹੈਕਲ ਦੇ ਵਿੱਚ ਦੁਆ ਕਰਨਗੇ। ਤਾਂ ਕਿਸ ਤਰ੍ਹਾਂ ਕੀਤੀ ਉਹਨਾਂ ਨੇ ਦੁਆ, ਕੀ ਫਰਕ ਸੀ ਉਹਨਾਂ ਦੀ ਪ੍ਰਾਰਥਨਾ ਦਾ, ਉਹ ਜਾਣਨ ਦੇ ਲਈ ਨੈਕਸਟ ਵਚਨ 'ਚ ਅਸੀਂ ਪੜਾਂਗੇ। ਲੂਕਾ 18 ਉਹਦੀ 11 ਔਰ 12 ਨੰਬਰ ਆਇਤ ਨੂੰ। ਫਰੀਸੀ ਨੇ ਖੜ ਕੇ ਆਪਣੇ ਮਨ ਵਿੱਚ ਇਹ ਪ੍ਰਾਰਥਨਾ ਕੀਤੀ ਕਿ ਹੇ ਪਰਮੇਸ਼ਰ, ਮੈਂ ਤੇਰਾ ਸ਼ੁਕਰ ਕਰਦਾ ਹਾਂ ਕਿ ਮੈਂ ਦੂਸਰਿਆਂ ਵਰਗਾ ਨਹੀਂ ਹਾਂ ਜੋ ਲਟੇਰੇ, ਕੁਧਰਮੀ ਅਤੇ ਵਿਭਚਾਰੀ ਹਨ, ਅਤੇ ਨਾ ਇਸ ਚੁੰਗੀ ਲੈਣ ਵਾਲੇ ਵਰਗਾ ਹਾਂ। ਮੈਂ ਹਫ਼ਤੇ ਵਿੱਚ 2 ਵਾਰ ਵਰਤ ਰੱਖਦਾ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸਵੰਧ ਦਿੰਦਾ ਹਾਂ। ਹਾਲੇਲੂਇਆ। ਸੱਚਮੁੱਚ ਬਹੁਤੇ ਆ ਜੋ ਇੱਦਾਂ ਦੇ ਨੇ, ਫਰੀਸੀ ਦੇ ਵਰਗੇ, ਜਿਨ੍ਹਾਂ ਨੂੰ ਲੱਗਦਾ ਕਿ ਜੋ ਅਸੀਂ ਕਰ ਰਹੇ ਹਾਂ ਅਸੀਂ ਬੜੇ ਖਰੇ ਹਾਂ। ਸਾਡੀ ਬਹੁਤਿਆਂ ਦੀ, ਥੋੜ੍ਹਿਆਂ ਦੀ ਨਹੀਂ, ਬਹੁਤਿਆਂ ਦੀ, ਕਿਉਂਕਿ ਮੈਂ ਗੱਲਾਂ ਸੁਣਦੀ ਰਹਿੰਦੀ ਹਾਂ, ਇਸ ਕਰਕੇ ਮੈਂ ਜੱਜ ਕਰ ਸਕਦੀ ਹਾਂ ਕਿ ਹਾਂ ਸਾਡੇ ਵਿੱਚ ਇਹ ਗੱਲਾਂ ਹੈਗੀਆਂ ਆ। ਕਿ ਬਹੁਤ ਸਾਰੇ ਗੱਲ ਕਹਿੰਦੇ ਆ ਮੈਨੂੰ ਕਿ ਅਸੀਂ ਇੰਨਾ ਸਮਾਂ ਪ੍ਰੇਅਰ ਕਰਦੇ ਹਾਂ, ਇੰਨਾ ਸਮਾਂ ਵਰਤ ਰੱਖਦੇ ਹਾਂ, ਅਸੀਂ ਦਸ਼ਵਾਂਧ ਵਿੱਚ ਬੜੇ ਖਰੇ ਹਾਂ, ਅਸੀਂ ਦਸ਼ਵਾਂਧ ਦੀ ਕਦੇ ਚੋਰੀ ਨਹੀਂ ਕੀਤੀ, ਅਸੀਂ ਕੱਢ ਕੇ ਰੱਖੀ ਦਾ ਅਲੱਗ ਤੋਂ ਪਰਮੇਸ਼ਰ ਦਾ, ਅਸੀਂ ਇੰਨਾ ਸਮਾਂ ਪ੍ਰਾਰਥਨਾ ਕਰਦੇ ਹੀ ਕਰਦੇ ਹਾਂ, ਇੰਨਾ ਸਮਾਂ ਅਸੀਂ ਵਚਨ ਪੜ੍ਹਦੇ ਹੀ ਪੜ੍ਹਦੇ ਹਾਂ। ਤਾਂ ਉਸੇ ਤਰ੍ਹਾਂ ਇੱਕ ਫਰੀਸੀ ਨੇ ਦੁਆ ਕੀਤੀ ਖੜਾ ਹੋ ਕੇ, ਪਵਿੱਤਰ ਹੈਕਲ ਦੇ ਵਿੱਚ ਗਿਆ। ਉਹਨੇ ਕੀ ਕਿਹਾ? ਹੇ ਮੇਰੇ ਪਰਮੇਸ਼ਰ, ਮੈਂ ਤੇਰਾ ਸ਼ੁਕਰ ਕਰਦਾ ਕਿ ਮੈਂ ਦੂਜਿਆਂ ਵਰਗਾ ਨਹੀਂ ਹਾਂ। ਸਭ ਤੋਂ ਪਹਿਲਾਂ ਉਹਨੇ ਆਪਣੇ ਆਪ ਨੂੰ ਕੀ ਦੱਸਿਆ ਕਿ ਮੈਂ ਖਾਸ ਹਾਂ, ਮੈਂ ਦੂਸਰਿਆਂ ਵਰਗਾ ਨਹੀਂ ਹਾਂ। ਪਰਮੇਸ਼ਰ ਦੇ ਅੱਗੇ ਜਾ ਕੇ ਉਹ ਆਪਣੀ ਤਾਰੀਫ ਖੁਦ ਕਰ ਰਿਹਾ ਆ ਕਿ ਮੈਂ ਦੂਜਿਆਂ ਵਰਗਾ ਨਹੀਂ, ਨਾ ਮੈਂ ਲੁਟੇਰਾ ਆ, ਨਾ ਮੈਂ ਕੁਧਰਮੀ ਆ, ਨਾ ਮੈਂ ਵਿਭਚਾਰੀ ਆ, ਤੇ ਨਾ ਹੀ ਖਾਸ ਕਰਕੇ ਜੇ ਮੇਰਾ ਨਾਲ ਖੜਾ ਆ ਨਾ ਜਿਹੜਾ, ਮੈਂ ਇਹਦੇ ਵਰਗਾ ਆ। ਉਸ ਇਨਸਾਨ ਨੇ ਇੱਕ ਭਵਨ ਦੇ ਵਿੱਚ ਖੜੇ ਹੋ ਕੇ ਆਪਣੇ ਨਾਲ ਖੜੇ ਬੰਦੇ ਨਾਲੋਂ ਆਪਣੇ ਆਪ ਨੂੰ ਉੱਚਾ ਦਿਖਾਇਆ। ਸਭ ਤੋਂ ਪਹਿਲਾਂ ਉਹਨੇ ਆਪਣੀ ਤਾਰੀਫ ਆਪਣੇ ਮੂੰਹੋਂ ਕੀਤੀ। ਕੀ ਉਹਨੂੰ ਇਹ ਲੱਗਦਾ ਕਿ ਉਹਨੂੰ ਇਹ ਸਭ ਗੱਲਾਂ ਪਰਮੇਸ਼ਰ ਨੂੰ ਦੱਸਣ ਦੀ ਲੋੜ ਆ? ਅਗਰ ਉਹ ਧਰਮੀ ਆ ਤਾਂ ਕੀ ਉਹ ਜਿਹੜਾ ਧਰਮੀ, ਜਿਹੜਾ ਹਰ ਵੇਲੇ ਪ੍ਰਭੂ ਦੀ ਹਜ਼ੂਰੀ 'ਚ ਰਹਿੰਦਾ ਆ, ਕਿ ਉਹਨੂੰ ਫਿਰ ਵੀ ਆਪਣੀਆਂ ਕੁਆਲਿਟੀਜ਼ ਉਹਨੂੰ ਦੱਸਣੀਆਂ ਪੈਣਗੀਆਂ ਵੀ ਹਾਂ ਪਰਮੇਸ਼ਰ ਮੈਂ ਆਹ ਕੰਮ ਨਹੀਂ ਕਰਦਾ ਤੇ ਮੈਂ ਆਹ ਕੰਮ ਕਰਦਾ ਆ? ਫਿਰ ਉਹ ਕਾਹਦਾ ਧਰਮੀ ਹੋਇਆ ਜੇ ਅੱਜ ਤੱਕ ਉਹਦੇ ਪਰਮੇਸ਼ਰ ਨੇ ਉਹਦਾ ਹਾਲ ਹੀ ਨਹੀਂ ਜਾਣਿਆ? ਫਿਰ ਉਹਦੀਆਂ ਇੰਨਾ ਸਮਾਂ ਪਰਮੇਸ਼ਰ ਦੀ ਹਜ਼ੂਰੀ 'ਚ ਬੈਠਣ ਦਾ, ਦੁਆਵਾਂ ਕਰਨ ਦਾ ਕੀ ਫਾਇਦਾ ਹੋਇਆ? 4-4 ਘੰਟੇ, 2-2 ਘੰਟੇ, 4-3-3 ਘੰਟੇ, ਜਿੰਨਾ ਵੀ ਸਮਾਂ ਉਹ ਧਰਮੀ ਕਹਿ ਰਿਹਾ ਕਿ ਮੈਂ ਪ੍ਰਾਰਥਨਾ ਕਰਦਾ, ਕੀ ਫਾਇਦਾ ਉਸ ਪ੍ਰਾਰਥਨਾ ਵਾਲੇ ਸਮੇਂ 'ਚ ਬੈਠਣ ਦਾ ਜੇ ਉਹਨੂੰ ਅੱਜ ਤੱਕ ਇਹ ਯਕੀਨ ਨਹੀਂ ਹੋਇਆ ਕਿ ਮੈਂ ਕਿੰਨਾ ਚੰਗਾ ਕਿੰਨਾ ਬੁਰਾ ਮੇਰਾ ਪਰਮੇਸ਼ਰ ਜਾਣਦਾ ਆ, ਮੈਨੂੰ ਇਹ ਗੱਲ ਦੱਸਣ ਦੀ ਲੋੜ ਨਹੀਂ ਹੈਗੀ। ਅਸੀਂ ਆਪਣੇ ਘਰ ਦੇ ਵਿੱਚ ਰਹਿੰਦੇ ਆ ਨਾ, ਆਪਣੀ ਮਦਰ ਫਾਦਰ ਦੇ ਨਾਲ ਟਾਈਮ ਸਪੈਂਡ ਕਰਦੇ ਆ, ਸਾਨੂੰ ਕੀ ਖਾਣ ਨੂੰ ਪਸੰਦ ਆ, ਸਾਡਾ ਸੁਭਾਅ ਕਿੱਦਾਂ ਦਾ, ਇਹ ਸਾਨੂੰ ਆਪਣੀ ਮਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਸਾਡੇ ਵਿੱਚ ਰਹਿੰਦੀ ਆ, ਉਹ ਜਾਣਦੀ ਆ ਸਾਡੇ ਬਾਰੇ। ਉਸੇ ਤਰ੍ਹਾਂ ਜਿੱਦਾਂ ਸਾਡਾ ਪਰਮੇਸ਼ਰ ਆ, ਉਹ ਕਹਿੰਦਾ ਮੇਰੀਆਂ ਅੱਖਾਂ ਧਰਮੀ 'ਤੇ ਲੱਗੀਆਂ ਰਹਿੰਦੀਆਂ ਹਮੇਸ਼ਾ, ਅਤੇ ਮੇਰੇ ਕੰਨ ਉਹਦੀ ਦੁਆ 'ਤੇ ਲੱਗੇ ਰਹਿੰਦੇ ਆ। ਜਿਹੜਾ ਧਰਮੀ ਆ, ਕੀ ਉਹਨੂੰ ਇਹ ਸਭ ਦੱਸਣ ਦੀ ਲੋੜ ਪਵੇਗੀ ਪਰਮੇਸ਼ਰ ਨੂੰ ਕਿ ਪ੍ਰਭੂ ਮੇਰੇ 'ਚ ਆਹ ਬੁਰਾਈ ਹੈ ਨਹੀਂ ਗੀ ਅਤੇ ਆਹ ਮੇਰੇ 'ਚ ਕੁਆਲਿਟੀ ਆ, ਆਹ ਕੰਮ ਮੈਂ ਨਹੀਂ ਕਰਦਾ ਅਤੇ ਆਹ ਮੈਂ ਕੰਮ ਕਰਦਾ ਆ? ਪਰਮੇਸ਼ਰ ਤਾਂ ਜਾਣਦਾ ਆ ਨਾ। ਜਦੋਂ ਅਸੀਂ ਪਰਮੇਸ਼ਰ ਦੇ ਵਿੱਚ ਬਹਿ ਗਏ, ਪਰਮੇਸ਼ਰ ਨੇ ਤਾਂ ਸਾਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਸਕੈਨ ਕੀਤਾ ਆ। ਸਾਨੂੰ ਨਹੀਂ ਪਤਾ ਸਾਡੇ 'ਚ ਕੀ ਕਮੀਆਂ, ਕੀ ਖੂਬੀਆਂ ਅਤੇ ਕੀ ਡਿਸਕੁਆਲਿਟੀਜ਼ ਨੇ, ਪਰ ਪਰਮੇਸ਼ਰ ਜ਼ਰੂਰ ਜਾਣਦਾ ਆ। ਇਸ ਕਰਕੇ ਸਾਨੂੰ ਉਹਨੂੰ ਇਹ ਗੱਲ ਦੱਸਣ ਦੀ ਲੋੜ ਹੀ ਨਹੀਂ। ਇੱਥੋਂ ਉਹਨੇ ਆਪਣੇ ਆਪ ਨੂੰ ਵੱਡਾ ਕਰਨ ਦੇ ਲਈ ਵੀ, ਕਿਤੇ ਇਹ ਨਾ ਹੋਵੇ ਵੀ ਪ੍ਰਭੂ ਮੇਰੇ ਬਾਰੇ ਭੁੱਲ ਨਾ ਗਿਆ ਹੋਵੇ, ਕਿਤੇ ਪਰਮੇਸ਼ਰ ਮੇਰੇ ਬਾਰੇ ਗਲਤ ਨਾ ਸੋਚਦਾ ਹੋਵੇ, ਮੈਂ ਦੱਸਾਂ ਵੀ ਮੈਂ ਕਿੱਦਾਂ ਦਾ ਆ। ਸਾਨੂੰ ਇਹ ਲੱਗਦਾ ਵੀ ਸਾਡੀ ਸਮਝ ਵੱਡੀ ਆ, ਪਰਮੇਸ਼ਰ ਨੂੰ ਨਹੀਂ ਪਤਾ ਲੱਗਦਾ ਵੀ ਇਹ ਬੰਦਾ ਕਿੱਦਾਂ ਦਾ। ਅਸੀਂ ਦੱਸਾਂਗੇ ਤਾਂ ਉਹਨੂੰ ਪਤਾ ਲੱਗੇਗਾ ਇਹ ਕਿੱਦਾਂ ਦਾ ਆ। ਔਰ ਉਹਨੇ ਇਹੀ ਗਲਤੀ ਕੀਤੀ ਆਪਣੇ ਆਪ ਨੂੰ ਵੱਡਾ ਕਰਨ ਦੇ ਲਈ ਵੀ ਮੈਂ ਦੂਜਿਆਂ ਵਰਗਾ ਨਹੀਂ ਆ। ਇਹਦਾ ਮਤਲਬ ਉਹਨੂੰ ਲੱਗਦਾ ਵੀ ਬਾਕੀ ਸਾਰੇ ਪਾਪੀ ਆ, ਇਕੱਲਾ ਮੈਂ ਹੀ ਖਰਾ ਆ। ਔਰ ਜੇ ਉਹਨੇ ਕਿਹਾ ਮੈਂ ਵਿਭਚਾਰ ਨਹੀਂ ਕਰਦਾ, ਮੈਂ ਚੋਰੀ ਨਹੀਂ ਕਰਦਾ, ਮੈਂ ਲੁਟੇਰਾ ਨਹੀਂ ਹੈਗਾ, ਮੈਂ ਕੁਧਰਮੀ ਨਹੀਂ ਹੈਗਾ,
ਤਾਂ ਇਹਦਾ ਮਤਲਬ ਇਹ ਚੀਜ਼ਾਂ ਉਹਨੂੰ ਦੱਸਣੀਆਂ ਪੈ ਰਹੀਆਂ ਪਰਮੇਸ਼ਰ ਨੂੰ। ਉਹਨੂੰ ਇਹ ਆ ਵੀ ਪਰਮੇਸ਼ਰ ਨੂੰ ਤਾਂ ਹਜੇ ਤੱਕ ਮੇਰੇ ਬਾਰੇ ਕੁਝ ਪਤਾ ਹੀ ਨਹੀਂ ਲੱਗਾ, ਤਾਂ ਫਿਰ ਕੀ ਫਾਇਦਾ ਉਹਦੀਆਂ ਅਜਿਹੀਆਂ ਦੁਆਵਾਂ ਦਾ ਜੇ ਉਹਨੂੰ ਪਰਮੇਸ਼ਰ ਹੀ ਨਹੀਂ ਜਾਣ ਪਾਇਆ। ਇੰਨਾ ਸਮਾਂ ਪਰਮੇਸ਼ਰ ਨਾਲ ਬਤੀਤ ਕਰਨ ਦਾ ਉਹਨੂੰ ਕੋਈ ਫਾਇਦਾ ਨਹੀਂ ਹੋਇਆ ਜੇ ਉਹਨੂੰ ਪਰਮੇਸ਼ਰ ਜਾਣ ਹੀ ਨਹੀਂ ਪਾਇਆ। ਜੇ ਉਹ ਕਹਿੰਦਾ ਵੀ ਮੈਂ ਹਫ਼ਤੇ ਵਿੱਚ 2 ਵਾਰ ਵਰਤ ਰੱਖਦਾ, ਤੇ ਕਿਹਦੇ ਲਈ ਰੱਖਦਾ? ਉਹ ਪਰਮੇਸ਼ਰ ਲਈ ਰੱਖਦਾ ਆ ਨਾ। ਜੇ ਉਹਨੂੰ ਪਰਮੇਸ਼ਰ ਨੂੰ ਇਹ ਗੱਲ ਯਾਦ ਕਰਾਉਣੀ ਪੈ ਗਈ ਵੀ ਪ੍ਰਭੂ ਯਾਦ ਕਰ ਮੈਂ ਵਰਤ ਰੱਖਦਾ ਹੈ, ਕਿਉਂ ਤੇਰੇ ਕੋਲ ਤਾਂ ਬਾਹਲੀ ਲੰਮੀ ਲਿਸਟ ਆ ਨਾ, ਹੋ ਸਕਦਾ ਤੂੰ ਮੈਨੂੰ ਭੁੱਲ ਗਿਆ ਹੋਵੇਂ। ਉਹਨੇ ਆਪਣੇ ਆਪ ਨੂੰ ਐਡਾ ਮਹਾਨ ਸਮਝਿਆ ਕਿ ਉਹਨੇ ਪਰਮੇਸ਼ਰ ਨੂੰ ਹੀ ਮਤਹੀਨ ਕਹਿ ਦਿੱਤਾ ਕਿ ਕਿਤੇ ਪ੍ਰਭੂ ਭੁੱਲ ਨਾ ਗਿਆ ਹੋਵੇ, ਮੈਂ ਯਾਦ ਕਰਵਾ ਦੇਵਾਂ। ਔਰ ਐਂਡ ਤੇ ਉਹਨੇ ਜਿਹੜੀ ਸਭ ਤੋਂ ਭ੍ਰਿਸ਼ਟ ਗੱਲ ਕਹੀ ਕਿ ਪ੍ਰਭੂ ਮੈਂ ਦਸ਼ਮਾਂਦ ਜ਼ਰੂਰ ਦਿੰਦਾ ਤੈਨੂੰ। ਮਤਲਬ ਉਹਨੇ ਇਹ ਦੱਸ ਦਿੱਤਾ ਵੀ ਮੇਰੇ ਪੈਸੇ ਤੇਰੇ ਕੋਲ ਆਉਂਦੇ ਆ, ਮੈਂ ਤੈਨੂੰ ਰਿਸ਼ਵਤ ਦਿੰਦਾ ਆ, ਉਹ ਰਿਸ਼ਵਤ ਨੂੰ ਯਾਦ ਕਰਕੇ ਮੇਰਾ ਨਿਆਂ ਕਰੀ। ਇਹ ਉਸ ਫਰੀਸੀ ਦੀ ਦੁਆ ਸੀ। ਫਰੀਸੀ ਨੇ ਆਪਣੇ ਆਪ ਨੂੰ ਵੱਡਾ ਦਿਖਾਇਆ, ਘਮੰਡੀ ਦਿਖਾਇਆ, ਉੱਚਾ ਦਿਖਾਇਆ, ਪਰਮੇਸ਼ਰ ਨੂੰ ਵੀ ਨੀਵਾਂ ਦੱਸਿਆ, ਪਰ ਉਹਨੇ ਆਪਣੇ ਆਪ ਦੀ ਸਮਝ ਤੇ ਭਰੋਸਾ ਰੱਖ ਕੇ ਆਪਣੇ ਮੂੰਹੋਂ ਆਪਣੀ ਤਾਰੀਫ, ਆਪਣੇ ਮੂੰਹੋਂ ਧਰਮੀ ਬਣਿਆ। ਇਹ ਉਸ ਫਰੀਸੀ ਦੀ ਦੁਆ ਸੀ ਜੋ ਸਾਡੇ ਵਿੱਚੋਂ ਕਈਆਂ ਦੀ ਦੁਆ ਸੀ। ਕਹਿ ਦਿੰਦੇ ਕਿ ਪ੍ਰਭੂ ਅਸੀਂ ਤਾਂ ਕਿਸੇ ਦਾ ਬੁਰਾ ਵੀ ਨਹੀਂ ਕੀਤਾ, ਅਸੀਂ ਤਾਂ ਇੰਨਾ ਵਚਨ ਵੀ ਪੜ੍ਹਦੇ ਹਾਂ, ਅਸੀਂ ਤਾਂ ਪ੍ਰਾਰਥਨਾ ਵੀ ਸੁਣਦੇ ਹਾਂ, ਅਸੀਂ ਤਾਂ ਇੱਕ ਦਿਨ ਕਦੇ ਨਾਗਾ ਨਹੀਂ ਪਾਇਆ, ਫਿਰ ਸਾਡੇ ਨਾਲ ਇਹ ਸਭ ਕਿਉਂ ਹੁੰਦਾ? ਅਸੀਂ ਵੀ ਉਸ ਫਰੀਸੀ ਵਰਗੇ ਹਾਂ ਕਿ ਸਾਨੂੰ ਦੱਸਣਾ ਪੈਂਦਾ ਪਰਮੇਸ਼ਰ ਨੂੰ। ਕਿਉਂ ਦੱਸਣਾ ਪੈਂਦਾ? ਕਿਉਂਕਿ ਸਾਡੇ ਮਨ 'ਚ ਸ਼ੱਕ ਆ ਵੀ ਕਿਤੇ ਪ੍ਰਭੂ ਭੁੱਲ ਤਾਂ ਨਹੀਂ ਗਿਆ। ਤੇ ਜਿਹਦੇ ਮਨ ਦੇ ਵਿੱਚ ਸ਼ੱਕ ਆ ਕਿ ਉਹਦੀ ਪ੍ਰਾਰਥਨਾ ਪਰਮੇਸ਼ਰ ਵੱਲੋਂ ਮੰਨੀ ਜਾਏਗੀ। ਜਿਹੜਾ ਪ੍ਰਭੂ ਤੇ ਹੀ ਸ਼ੱਕ ਕਰੀ ਜਾਂਦਾ ਵੀ ਮੈਂ ਉਹਨੂੰ ਦੱਸੂਗਾ ਤਾਂ ਉਹਨੂੰ ਪਤਾ ਲੱਗੇਗਾ, ਉੱਦਾਂ ਤਾਂ ਉਹਨੂੰ ਕੁਛ ਪਤਾ ਹੀ ਨਹੀਂ ਆ। ਇਹ ਉਸ ਧਰਮੀ ਦੀ ਦੁਆ ਸੀ ਜਿਹੜਾ ਆਪਣੇ ਮੂੰਹੋਂ ਆਪਣੇ ਆਪ ਨੂੰ ਧਰਮੀ ਕਹਿੰਦਾ। ਤਾਂ ਹੁਣ ਅਸੀਂ ਜਾਣਾਂਗੇ ਮਸੂਲੀਏ ਦੀ ਦੁਆ ਕਿੱਦਾਂ ਦੀ ਸੀ। ਉਸ ਚੁੰਗੀ ਲੈਣ ਵਾਲੇ ਨੇ ਕੀ ਕੀਤਾ? ਆਖਰ ਉਹਦੇ ਨਾਲੋਂ ਕੀ ਅਨੋਖਾ ਕੀਤਾ ਜਿਹੜਾ ਪਾਪੀ ਸੀ। ਚੁੰਗੀ ਲੈਣ ਵਾਲਿਆਂ ਨੂੰ ਉਸ ਵੇਲੇ ਪਾਪੀ ਕਿਹਾ ਜਾਂਦਾ ਸੀ ਕਿਉਂਕਿ ਉਹ ਲੋਕਾਂ ਨੂੰ ਸਤਾਉਂਦੇ ਸੀਗੇ ਚੁੰਗੀ ਲੈਣ ਦੇ ਲਈ, ਕਰ ਲੈਣ ਦੇ ਲਈ, ਕਈ ਵਾਰ ਮਾਰਦੇ ਕੁੱਟਦੇ ਵੀ ਸੀ। ਤਾਂ ਕੀ ਦੁਆ ਸੀ ਉਸ ਇਨਸਾਨ ਦੀ, ਉਹ ਜਾਣਨ ਦੇ ਲਈ ਅਸੀਂ ਵਚਨ 'ਚੋਂ ਪੜਾਂਗੇ। ਲੂਕਾ 18 ਉਹਦੀ 13 ਔਰ 14 ਨੰਬਰ ਆਇਤ ਨੂੰ। ਪਰ ਉਸ ਚੁੰਗੀ ਲੈਣ ਵਾਲੇ ਨੇ ਕੁਝ ਦੂਰ ਖੜੇ ਹੋ ਕੇ ਇਹ ਵੀ ਨਾ ਚਾਹਿਆ ਜੋ ਆਪਣੀਆਂ ਅੱਖਾਂ ਆਕਾਸ਼ ਦੇ ਵੱਲ ਚੁੱਕੇ, ਸਗੋਂ ਆਪਣੀ ਛਾਤੀ ਪਿੱਟਦਾ ਅਤੇ ਇਹ ਕਹਿੰਦਾ ਸੀ ਕਿ ਹੇ ਮੇਰੇ ਪਰਮੇਸ਼ਰ, ਮੈਂ ਪਾਪੀ ਹਾਂ, ਮੇਰੇ ਉੱਤੇ ਦਇਆ ਕਰ। ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਫਰੀਸੀ ਨਹੀਂ ਪਰ ਇਹ ਚੁੰਗੀ ਲੈਣ ਵਾਲਾ ਧਰਮੀ ਠਹਿਰ ਕੇ ਆਪਣੇ ਘਰ ਗਿਆ, ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ, ਪਰ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ। ਹਾਲੇਲੂਇਆ। ਸੱਚਮੁੱਚ ਫਰੀਸੀ ਦੀ ਤਰ੍ਹਾਂ ਦੁਆ ਕਰਨ ਵਾਲੇ ਅਸੀਂ ਹੈਗੇ ਆ। ਐਂਡ ਟੂ ਬੀ ਓਨੈਸਟ ਕਿ ਮੈਂ ਵੀ ਪਹਿਲਾਂ ਇੱਦਾਂ ਹੀ ਦੁਆ ਕਰਦੀ ਸੀ ਕਿ ਪ੍ਰਭੂ ਅਸੀਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ। ਪਰਮੇਸ਼ਰ ਮੈਂ ਤਾਂ ਘਰੋਂ ਕਿਤੇ ਬਾਹਰ ਹੀ ਨਹੀਂ ਜਾਂਦੀ, ਮੈਂ ਕਿਸੇ ਨਾਲ ਸੰਗਤੀ ਨਹੀਂ ਕਰਦੀ, ਮੈਂ ਕਿਸੇ ਦੀ ਚੁਗਲੀ ਵੀ ਨਹੀਂ ਕਰਦੀ, ਮੈਂ ਤਾਂ ਸਾਰਾ ਦਿਨ ਘਰੇ ਆਪਣੇ ਕਮਰੇ 'ਚ ਹੀ ਬੈਠੀ ਰਹਿੰਦੀ, ਮੇਰੇ ਤੋਂ ਕਿਹੜੇ ਪਾਪ ਹੋ ਗਏ ਆ। ਇਹ ਗੱਲਾਂ ਮੈਨੂੰ ਦੱਸਣੀਆਂ ਪੈਂਦੀਆਂ ਸੀ ਪਰਮੇਸ਼ਰ ਨੂੰ ਉਦੋਂ। ਕਿਉਂਕਿ ਮੇਰੇ ਮਨ 'ਚ ਇਹ ਸੀਗਾ ਕਿ ਸੱਚਮੁੱਚ ਪਰਮੇਸ਼ਰ ਤੇਰੀ ਲਿਸਟ ਲੰਬੀ ਹੈ, ਤੂੰ ਤਾਂ ਮੈਨੂੰ ਭੁੱਲ ਗਿਆ ਹੋਏਗਾ, ਇਸੇ ਕਰਕੇ ਤਾਂ ਤੂੰ ਮੇਰੇ 'ਤੇ ਦਇਆ ਨਹੀਂ ਕਰ ਰਿਹਾ। ਫਸਟ ਟਾਈਮ ਦੇ ਵਿੱਚ ਜਦੋਂ ਮੈਂ ਆਪਣੇ ਵੀਜ਼ਾ ਦੇ ਲਈ ਦੁਆਵਾਂ ਕਰਦੀ ਹੁੰਦੀ ਸੀ, ਉਦੋਂ ਮੈਂ ਇਹੀ ਕਹਿੰਦੀ ਹੁੰਦੀ ਸੀ, ਪ੍ਰਭੂ ਜਿਹੜੇ ਲੋਕ ਪਾਪੀ ਆ, ਜਿਹੜੇ ਤੈਨੂੰ ਜਾਣਦੇ ਵੀ ਨਹੀਂ ਗੇ, ਜਿਹੜੇ ਤਾਂ ਪ੍ਰਾਰਥਨਾ ਧਰਮ ਦੇ ਵਿੱਚ ਹੈਗੇ ਵੀ ਨਹੀਂ ਗੇ, ਜਿਹੜੇ ਮਸੀਹਾਂ ਦੇ ਉੱਤੇ ਮਖੌਲ ਕਰਦੇ ਆ, ਉਹ ਵੀ ਬਾਹਰ ਜਾਈ ਜਾਂਦੇ ਆ। ਸਾਡਾ ਕੀ ਫਾਇਦਾ ਦੁਆਵਾਂ ਕਰਨ ਦਾ ਜੇ ਅਸੀਂ ਦੁਆ ਕਰਕੇ ਵੀ ਇੱਥੇ ਬੈਠੇ ਆ। ਤਾਂ ਹਰ ਇੱਕ ਚੀਜ਼ ਦੀ ਗਹਿਰਾਈ ਨੂੰ ਮੈਂ ਇਸ ਕਰਕੇ ਸਮਝਦੀ ਹਾਂ ਕਿਉਂਕਿ ਇਹ ਸਭ ਕੰਮ ਮੈਂ ਕੀਤੇ ਹੋਏ ਆ, ਕਰ ਕਰਕੇ ਛੱਡ ਦਿੱਤੇ ਆ। ਧੰਨਵਾਦ ਪਰਮੇਸ਼ਰ ਦਾ ਕਿ ਮੈਂ ਛੱਡ ਦਿੱਤੇ ਆ, ਹੁਣ ਅਜੇ ਹੀ ਨਹੀਂ ਆ। ਕਿਉਂਕਿ ਸੱਚਮੁੱਚ ਮੇਰੀ ਵੀ ਸੋਚ ਇਹੀ ਸੀ ਕਿ ਸ਼ਾਇਦ ਪਰਮੇਸ਼ਰ ਮੈਨੂੰ ਵੇਖਦਾ ਨਹੀਂ, ਮੈਂ ਯਾਦ ਕਰਾਵਾਂ ਉਹਨੂੰ ਕਿ ਪ੍ਰਭੂ ਮੇਰੇ ਵੱਲ ਵੀ ਦੇਖ, ਮੇਰਾ ਵੀ ਪਾਸਪੋਰਟ ਵਿਹਲਾ ਪਿਆ ਆ, ਲੋਕੀ ਸਾਰੇ ਚੱਲ ਗਏ, ਮੈਂ ਕਾਹਤੋਂ ਰਹਿ ਗਈ ਆ, ਕੀ ਬੁਰਾਈ ਕੀਤੀ ਮੈਂ, ਮੈਨੂੰ ਤਾਂ ਦੱਸ ਮੈਂ ਕੀ ਬੁਰਾਈ ਕੀਤੀ। ਪਰਮੇਸ਼ਰ ਐਡਾ ਵਿਹਲਾ ਨਹੀਂ ਸੀ ਕਿ ਉਹ ਮੇਰੀਆਂ ਗੱਲਾਂ ਦਾ ਜਵਾਬ ਦੇ ਸਕੇ, ਪਰ ਪਰਮੇਸ਼ਰ ਨੇ ਮੈਨੂੰ ਆਪਣੇ ਕੰਮਾਂ ਦੇ ਦੁਆਰਾ ਬਹੁਤ ਕੁਝ ਸਮਝ ਦਿੱਤੀ, ਬਹੁਤ ਕੁਝ ਸਿੱਖ ਲਿਆ ਮੈਂ ਵਚਨ ਦੇ ਦੁਆਰਾ। ਔਰ ਸੱਚਮੁੱਚ ਅੱਜ ਇਹ ਜੋ ਦੁਆ ਆ, ਇਸ ਦੁਆ ਦਾ ਤਰੀਕਾ ਬਦਲ ਗਿਆ ਆ। ਜੋ ਦੁਆ ਮੈਂ ਪਹਿਲਾਂ ਕਰਦੀ ਸੀ ਉਹ ਬਦਲ ਗਈ ਹੈ। ਜਿੱਦਾਂ ਇੱਕ ਚੁੰਗੀ ਲੈਣ ਵਾਲੇ ਨੇ ਕੀਤੀ, ਅੱਜ ਸੱਚਮੁੱਚ ਅੱਜ ਦੇ ਦਿਨ ਮੈਂ ਇਹੀ ਕਹਿੰਦੀ ਰਹਿੰਦੀ ਕਿ ਪ੍ਰਭੂ ਭਾਵੇਂ ਮੈਂ ਸਾਰਾ ਦਿਨ ਪ੍ਰਾਰਥਨਾ ਕਰਦੀ ਰਹਿੰਦੀ, ਕਦੇ ਕਿਸੇ ਦਾ ਫੋਨ ਆ ਗਿਆ, ਕਦੇ ਕਿਸੇ ਦਾ ਆ ਗਿਆ, ਭਾਵੇਂ ਮੈਂ ਸਾਰਾ ਦਿਨ ਵਚਨ ਹੀ ਲੱਭਦੀ ਰਹਿੰਦੀ ਹਾਂ ਵੀ ਕੱਲ੍ਹ ਲਈ ਕੀ ਲੱਭਾਂ, ਪਰਸੋਂ ਲਈ ਕੀ ਪਾਵਾਂ, ਕਿੱਥੋਂ ਲੱਭਾਂ, ਕਿਵੇਂ ਲੱਭਾਂ, ਤਾਂ ਫਿਰ ਵੀ ਮੈਨੂੰ ਇਹ ਲੱਗਦਾ ਵੀ ਨਹੀਂ, ਮੈਂ ਹਜੇ ਖਰੀ ਨਹੀਂ ਹੈਗੀ। ਇਹ ਦਿਲ ਤੋਂ ਆ, ਇਹ ਆਪਣੇ ਆਪ ਨੂੰ ਵੱਡਾ ਕਰਨ ਦੇ ਲਈ ਨਹੀਂ ਜਾਂ ਆਪਣੇ ਆਪ ਨੂੰ ਸ਼ੋਅ ਆਫ ਕਰਨ ਦੇ ਲਈ ਨਹੀਂ, ਦਿਲ ਤੋਂ ਇਹ ਗੱਲ ਆ। ਮੈਂ ਕਦੇ ਵੀ, ਮੈਨੂੰ ਇਹ ਚੀਜ਼ ਲੱਗੀ ਨਹੀਂ ਕਿ ਹਾਂ ਮੈਂ ਪਰਫੈਕਟ ਹਾਂ ਜਾਂ ਹਜੇ ਮੈਂ 100% ਹੈਗੀ ਪਰਮੇਸ਼ਰ ਦੀ ਨਿਗਾਹ 'ਚ, ਹਜੇ ਮੈਂ ਸਿਰਫ 1% ਹਾਂ। ਔਰ ਉਹ ਵੀ ਇੰਨਾ ਕੀ ਕਿ ਹਾਂ ਮੈਂ ਪਰਮੇਸ਼ਰ ਦਾ ਕੰਮ ਕਰ ਰਹੀ ਹਾਂ, ਬਸ
ਕੰਮ ਸਮਝ ਕੇ ਕਰ ਰਹੀ ਹਾਂ। ਹਜੇ ਇਹ ਗੱਲ ਹੈ ਵੀ ਮੇਰੇ ਮਨ 'ਚ ਹਜੇ ਇਹ ਕੰਮ ਆ, ਇੱਕ ਡਿਊਟੀ ਆ, ਡਿਊਟੀ ਦੀ ਤਰ੍ਹਾਂ ਕਰ ਰਹੀ ਹਾਂ। ਹਜੇ ਦਿਲ ਨਹੀਂ ਲੱਗ ਰਿਹਾ, ਕਿਉਂਕਿ ਉਹ ਨਹੀਂ ਲੱਗ ਰਿਹਾ ਕਿਉਂਕਿ ਹਜੇ ਕਿਤੇ ਨਾ ਕਿਤੇ ਅਸੀਂ ਸਾਰੇ ਸੰਸਾਰਿਕ ਹਾਂ। ਘਰ ਦੇ ਵਿੱਚ ਦੁੱਖ ਪ੍ਰੋਬਲਮ ਮੁਸੀਬਤ ਜਦੋਂ ਆਉਂਦੀ ਉਦੋਂ ਡੋਲ ਜਾਂਦਾ ਹਰ ਕੋਈ ਬੰਦਾ। ਕਈ ਵਾਰ ਮੈਂ ਵੀ ਡੋਲ ਜਾਂਦੀ ਹਾਂ ਜਦੋਂ ਸਰੀਰ 'ਤੇ ਪ੍ਰੋਬਲਮ ਆਉਂਦੀ ਹੈ ਜਾਂ ਫਿਰ ਘਰ ਦੇ ਵਿੱਚ ਕਿਸੇ ਨੂੰ ਬਿਮਾਰੀ ਹੁੰਦੀ ਹੈ। ਤਾਂ ਉਸ ਤਰ੍ਹਾਂ ਕਦੇ ਵੀ ਆਪਣੇ ਆਪ ਨੂੰ ਉੱਚਾ ਕਰਨ ਦੀ ਕੋਸ਼ਿਸ਼ ਨਾ ਕਰੋ। ਇਹ ਨਾ ਸੋਚੋ ਵੀ ਅਸੀਂ ਤਾਂ ਕੁਛ ਮਾੜਾ ਕੀਤਾ ਹੀ ਨਹੀਂ। ਬੇਸ਼ੱਕ ਉਹ ਜਿਹੜਾ ਚੁੰਗੀ ਲੈਣ ਵਾਲਾ ਸੀ, ਜਿਹੜਾ ਮਸੂਲੀਆ ਸੀ, ਉਹ ਗਲਤੀ ਕਰਦਾ ਸੀਗਾ, ਉਹ ਮਾਰਦਾ ਸੀ ਲੋਕਾਂ ਨੂੰ ਚੁੰਗੀ ਲੈਣ ਦੇ ਲਈ, ਮਤਲਬ ਕਰ ਇਕੱਠਾ ਕਰਦਾ ਸੀ, ਪਰ ਉਹ ਆਪਣੇ ਰਾਜਾ ਦੇ ਅਧੀਨ ਸੀਗਾ। ਜੋ ਕੰਮ ਉਹਨੂੰ ਕਿਹਾ ਗਿਆ ਸੀ ਉਹ ਆਪਣਾ ਕੰਮ ਵਫਾਦਾਰੀ ਨਾਲ ਕਰਦਾ ਸੀ, ਉਹਦੀ ਡਿਊਟੀ ਸੀ। ਪਰ ਡਿਊਟੀ ਤੋਂ ਬਾਅਦ ਉਹ ਆਉਂਦਾ ਸੀ ਨਾ ਪਰਮੇਸ਼ਰ ਕੋਲੇ ਕਿ ਪ੍ਰਭੂ ਮੈਨੂੰ ਮਾफ़ ਕਰ, ਮੈਂ ਤਾਂ ਇਸ ਯੋਗ ਵੀ ਨਹੀਂ ਹੈਗਾ ਕਿ ਮੈਂ ਤੇਰੇ ਸਾਹਮਣੇ ਖੜਾ ਹੋ ਸਕਾਂ। ਪਰਮੇਸ਼ਰ ਮੈਂ ਇਸ ਯੋਗ ਵੀ ਨਹੀਂ ਹੈਗਾ ਕਿ ਮੈਂ ਤੇਰੇ ਵੱਲ ਵੇਖ ਵੀ ਸਕਾਂ। ਪਰਮੇਸ਼ਰ ਮੈਂ ਰੋਂਦਾ ਤੇ ਪਿੱਟਦਾ ਤੇਰੇ ਅੱਗੇ ਦੁਹਾਈ ਦਿੰਦਾ ਆ ਕਿ ਤੂੰ ਮੈਨੂੰ ਮਾफ़ ਕਰ, ਮੇਰੇ ਤੇ ਦਇਆ ਕਰ, ਕਿਉਂ ਜੋ ਮੈਂ ਗੁਨਹਗਾਰ ਹਾਂ। ਹਰ ਇੱਕ ਇਨਸਾਨ ਆਪਣੇ ਆਪ ਨੂੰ ਨੀਵਾਂ ਕਰੇ। ਵਚਨ ਕਹਿੰਦਾ ਫਰੀਸੀ ਦੀ ਦੁਆ ਨਹੀਂ ਸੁਣੀ ਗਈ, ਕਿਉਂਕਿ ਫਰੀਸੀ ਨੇ ਆਪਣੇ ਆਪ ਨੂੰ ਖਰਾ ਦਿਖਾਇਆ। ਫਰੀਸੀ ਨੇ ਆਪਣੇ ਆਪ ਨੂੰ ਆਪਣੇ ਮੂੰਹੋਂ ਧਰਮੀ ਕਿਹਾ। ਪਰ ਸਿਆਣੇ ਕਹਿੰਦੇ ਕਿ ਤਾਰੀਫ ਉਹ ਨਹੀਂ ਹੁੰਦੀ ਜਿਹੜੀ ਆਪਣੇ ਮੂੰਹੋਂ ਕੀਤੀ ਜਾਵੇ, ਤਾਰੀਫ ਉਹ ਹੁੰਦੀ ਜੇ ਲੋਕ ਕਰਨ ਤਾਂ। ਉਸੇ ਤਰ੍ਹਾਂ ਧਰਮੀ ਅਸੀਂ ਆਪਣੇ ਮੂੰਹ ਐਵੇਂ ਠਹਿਰ ਜਾਈਏ। ਸਾਨੂੰ ਤਾਂ ਪਤਾ ਨਾ ਅਸੀਂ ਸਾਰੇ ਦਿਨ ਭਰ ਕੀ ਕਾਂਡ ਕਰਦੇ ਹਾਂ। ਸਿਰਫ 5 ਮਿੰਟ ਦੀ ਦੁਆ ਕਰਕੇ ਅਸੀਂ ਧਰਮੀ ਠਹਿਰ ਜਾਂਦੇ ਹਾਂ। ਬਾਕੀ ਦੀ ਜ਼ਿੰਦਗੀ ਦੇ ਵਿੱਚ, ਬਾਕੀ ਦੇ 24 ਘੰਟਿਆਂ ਦੇ ਬਾਕੀ ਸਮੇਂ ਵਿੱਚ ਅਸੀਂ ਕੀ ਕਰਦੇ ਹਾਂ ਸਾਨੂੰ ਪਤਾ ਆ। ਕਿਵੇਂ ਅਸੀਂ ਆਪਣੇ ਮੂੰਹ ਕਹਿ ਦਈਏ ਅਸੀਂ ਧਰਮੀ ਹਾਂ। ਅਸੀਂ ਲੋਕਾਂ ਦੀ ਅੱਖਾਂ ਤੋਂ ਲੁਕੋ ਕੇ ਕਰ ਸਕਦੇ, ਸਾਡੀਆਂ ਅੱਖਾਂ ਨੇ ਤਾਂ ਸਭ ਕੁਝ ਵੇਖਿਆ, ਸਾਡੇ ਹੱਥਾਂ ਨੇ ਤਾਂ ਸਭ ਕੁਝ ਕੀਤਾ ਨਾ, ਸਾਡੇ ਮਨ ਨੇ ਗਲਤ ਵਿਚਾਰਾਂ ਲਿਆਂਦੀਆਂ ਨਾ, ਸਾਨੂੰ ਤਾਂ ਪਤਾ ਨਾ। ਐਟਲੀਸਟ ਆਪਣੇ ਆਪ ਨੂੰ ਤਾਂ ਸਾਨੂੰ ਪਤਾ ਹੀ ਹੁੰਦਾ ਵੀ ਅਸੀਂ ਕਿੰਨੇ ਕੁ ਪਾਣੀ 'ਚ ਹੈਗੇ ਹਾਂ। ਇਸ ਕਰਕੇ ਆਪਣੇ ਮੂੰਹ ਮੀਆਂ ਮਿੱਠੂ ਨਹੀਂ ਬਣਨਾ। ਧਰਮੀ ਉਹ ਹੋਏਗਾ ਜਿਹਨੂੰ ਲੋਕ ਧਰਮੀ ਕਹਿਣਗੇ, ਧਰਮੀ ਉਹ ਹੋਏਗਾ ਜਿਹਨੂੰ ਪਰਮੇਸ਼ਰ ਧਰਮੀ ਕਹੇਗਾ। ਉਹ ਧਰਮੀ ਨਹੀਂ ਜਿਹੜਾ ਆਪਣੇ ਮੂੰਹੋਂ ਹੀ ਆਪਣੇ ਆਪ ਨੂੰ ਧਰਮੀ ਕਹੀ ਜਾਵੇ। ਆਪਣੇ ਮੂੰਹੋਂ ਆਪਣੀ ਤਾਰੀਫ ਕਰਨਾ ਛੱਡੋ, ਪਰਮੇਸ਼ਰ ਤੋਂ ਤਾਰੀਫ ਲੈਣ ਦੇ ਯੋਗ ਕੰਮ ਕਰੋ। ਜਿੱਦਾਂ ਪਰਮੇਸ਼ਰ ਉੱਠੇ ਆਪਣੇ ਸਿੰਘਾਸਨ ਤੋਂ ਤੇ ਤੁਹਾਨੂੰ ਹੱਥ ਵਧਾ ਕੇ ਬੁਲਾਵੇ ਕਿ ਮੇਰੇ ਪੁੱਤਰ, ਮੇਰੀ ਧੀ, ਤੂੰ ਮੇਰੇ ਕੋਲੇ ਆ। ਅਜਿਹਾ ਹੋਵੇ ਸਾਡੇ ਨਾਲ ਕਿ ਅੰਤ ਦਾ ਵੇਲਾ ਆਵੇ ਤਾਂ ਪਰਮੇਸ਼ਰ ਸਾਨੂੰ ਪਿੱਛੋਂ ਖੜਿਆਂ ਨੂੰ ਆਵਾਜ਼ ਲਗਾਵੇ ਤੇ ਅੱਗੇ ਲੈ ਕੇ ਆਵੇ ਕਿ ਤੂੰ ਮੇਰੇ ਰਾਜ ਦੇ ਲਈ ਤਿਆਰ ਆ, ਮੈਂ ਤੇਰੇ ਤੋਂ ਖੁਸ਼ ਹਾਂ। ਆ ਨਹੀਂ ਕਿ ਅਸੀਂ ਆਪੇ ਦੱਸੀ ਜਾਈਏ ਪ੍ਰਭੂ ਮੈਂ ਆਹ ਕੰਮ ਕੀਤੇ, ਤੂੰ ਮੇਰੇ ਤੋਂ ਖੁਸ਼ ਹੋ। ਨਹੀਂ ਵੀ ਹੈਗਾ ਤਾਂ ਹੋ, ਕਿਉਂਕਿ ਮੈਨੂੰ ਲੱਗਦਾ ਮੈਂ ਚੰਗੇ ਕੰਮ ਕੀਤੇ ਪਰ ਤੂੰ ਮੇਰੇ ਤੋਂ ਖੁਸ਼ ਹੀ ਨਹੀਂ ਹੋ ਰਿਹਾ। ਪਰ ਇਹ ਚੰਗੇ ਆ ਪ੍ਰਭੂ, ਤੂੰ ਮੈਂ ਕਹਿਣਾ ਤੂੰ ਹੋ ਖੁਸ਼। ਪਰਮੇਸ਼ਰ ਨੂੰ ਚਾਹੇ ਖੁਸ਼ੀ ਹੋਵੇ ਨਾ ਹੋਵੇ, ਅਸੀਂ ਧੱਕੇ ਨਾਲ ਉਹਨੂੰ ਖੁਸ਼ ਕਰਵਾਉਣੇ ਆ ਵੀ ਮੈਂ ਪ੍ਰਾਰਥਨਾ ਕਰ ਲਈ ਹੈ, ਤੂੰ ਮੈਥੋਂ ਖੁਸ਼ ਹੋ ਜਾ। ਅੱਜ ਮੈਂ ਬਾਈਬਲ ਦੀ ਧੂੜ ਝਾੜੀ ਸੀ, ਹਫ਼ਤੇ ਬਾਅਦ ਅੱਜ ਮੈਂ 2 ਅੱਖਰ ਪੜ੍ਹੇ ਆ ਤੇ ਬਸ ਇੰਨੇ 'ਚ ਤੂੰ ਮੇਰੇ ਤੋਂ ਖੁਸ਼ ਹੋ ਜਾ। ਉਹ ਪਰਮੇਸ਼ਰ ਦੀ ਮਰਜ਼ੀ ਆ ਕਿ ਉਹ ਕਿਤੋਂ ਖੁਸ਼ ਹੋਏਗਾ, ਕਿਤੋਂ ਨਹੀਂ ਹੋਏਗਾ। ਉਹ ਪਰਮੇਸ਼ਰ ਜਾਣਦਾ ਕਿ ਕਿਹੜੇ ਕੰਮ ਉਹਨੂੰ ਪਸੰਦ ਹੈ, ਕਿਹੜੇ ਕੰਮ ਉਹਨੂੰ ਨਹੀਂ ਪਸੰਦ। ਬੇਸ਼ੱਕ ਉਹ ਜਿਹੜਾ ਚੁੰਗੀ ਲੈਣ ਵਾਲਾ ਸੀ, ਮਸੂਲੀਆ ਸੀ, ਉਹ ਮਸੂਲੀਆ ਲੋਕਾਂ ਦੀ ਨਿਗਾਹ 'ਚ ਬੁਰਾ ਸੀ, ਪਰ ਪਰਮੇਸ਼ਰ ਜਾਣਦਾ ਸੀ ਕਿ ਉਹ ਆਪਣੀ ਡਿਊਟੀ ਕਰ ਰਿਹਾ ਆ, ਉਹ ਆਪਣੇ ਮਾਲਕ ਦੇ ਨਾਲ ਵਫਾਦਾਰ ਆ। ਪ੍ਰਭੂ ਨੇ ਵਚਨ 'ਚ ਹੁਕਮ ਦਿੱਤੇ ਆ ਨਾ ਕਿ ਹਰੇਕ ਨੌਕਰ ਆਪਣੇ ਮਾਲਕ ਦੇ ਅਧੀਨ ਰਵੇ, ਤਾਂ ਉਹ ਆਪਣੇ ਮਾਲਕ ਦੇ ਅਧੀਨ ਸੀ ਔਰ ਉਹਦੇ ਨਾਲ ਨਾਲ ਉਹ ਪਰਮੇਸ਼ਰ ਦੇ ਵੀ ਅਧੀਨ ਸੀ। ਉਹ ਝੁਕਿਆ, ਉਹਨੇ ਆ ਕੇ ਆਪਣੇ ਮੂੰਹ ਆਪਦੀ ਵਡਿਆਈ ਨਹੀਂ ਕੀਤੀ। ਉਹ ਵਿਚਾਰਾ ਆ ਕੇ ਪਰਮੇਸ਼ਰ ਦੇ ਵਿੱਚ ਅੱਖਾਂ 'ਚ ਅੱਖਾਂ ਵੀ ਨਹੀਂ ਪਾ ਸਕਿਆ, ਆਕਾਸ਼ ਵੱਲ ਹੱਥ ਵੀ ਉਠਾ ਨਹੀਂ ਸਕਿਆ। ਉਹ ਇਸ ਕਦਰ ਡਿੱਗਿਆ, ਰੋਂਦਾ ਅਤੇ ਛਾਤੀ ਪਿੱਟਦਾ ਹੋਇਆ ਕਹਿੰਦਾ ਪਰਮੇਸ਼ਰ ਮੈਂ ਪਾਪੀ ਹਾਂ, ਮੇਰੇ ਤੇ ਦਇਆ ਕਰ। ਹਰ ਇੱਕ ਇਨਸਾਨ ਅਜਿਹੀ ਦੁਆ ਕਰੇ। ਕਹਿੰਦਾ ਕਿਉਂਕਿ ਚੁੰਗੀ ਲੈਣ ਵਾਲਾ ਧਰਮੀ ਠਹਿਰ ਕੇ ਗਿਆ। ਕਿਉਂਕਿ ਉਹਨੇ ਆਪਣੇ ਆਪ ਨੂੰ ਨੀਵਾਂ ਕੀਤਾ। ਹਰ ਇੱਕ ਜਿਹੜਾ ਆਪਣੇ ਆਪ ਨੂੰ ਉੱਚਾ ਕਰੇਗਾ ਉਹ ਦੋਸ਼ੀ ਠਹਿਰੇਗਾ, ਉਹ ਧਰਮੀ ਨਹੀਂ ਠਹਿਰੇਗਾ, ਉਹ ਦੋਸ਼ੀ ਠਹਿਰੇਗਾ। ਜਿਹੜਾ ਆਪਣੇ ਆਪ ਨੂੰ ਨੀਵਾਂ ਕਰੇਗਾ ਉਹ ਉੱਚਾ ਕੀਤਾ ਜਾਵੇਗਾ। ਜਿਹੜਾ ਆਪਣੀ ਸਮਝ ਵਿੱਚ ਸਮਝਦਾਰ ਬਣਨਾ ਚਾਹਵੇ ਉਹ ਦੋਸ਼ੀ ਠਹਿਰੇਗਾ। ਸਾਨੂੰ ਲੱਗਦਾ ਕਿ ਅਸੀਂ ਮਸੂਲੇ ਵਾਂਗ ਦੁਆ ਕਿਉਂ ਕਰੀਏ, ਅਸੀਂ ਕਿਹੜਾ ਗੁਨਾਹ ਕੀਤੇ ਆ ਕੋਈ। ਵਚਨ ਸਾਨੂੰ ਕੀ ਕਹਿੰਦਾ, ਲਾਸਟ ਵਚਨ 'ਚੋਂ ਅਸੀਂ ਪੜਾਂਗੇ ਉਪਦੇਸ਼ਕ ਦੀ ਪੋਥੀ ਉਹਦੇ 7 ਨੰਬਰ ਅਧਿਆਏ ਦੀ 20 ਨੰਬਰ ਆਇਤ ਨੂੰ। ਧਰਤੀ ਉੱਤੇ ਅਜਿਹਾ ਧਰਮੀ ਮਨੁੱਖ ਕੋਈ ਨਹੀਂ ਜੋ ਭਲਾਈ ਹੀ ਕਰੇ ਅਤੇ ਪਾਪ ਨਾ ਕਰੇ। ਹਾਲੇਲੂਇਆ। ਵਚਨ ਜਦੋਂ ਸਾਨੂੰ ਇਹ ਗੱਲ ਕਹਿ ਰਿਹਾ ਵੀ ਧਰਤੀ ਉੱਤੇ ਅਜਿਹਾ ਕੋਈ ਵੀ ਇਨਸਾਨ ਹੈ ਨਹੀਂ, ਬਲਕਿ ਧਰਮੀ ਇਨਸਾਨ, ਖਾਸ ਕਰਕੇ ਧਰਮੀ ਇਨਸਾਨ ਦੀ ਗੱਲ ਹੋ ਰਹੀ ਆ ਕਿ ਬਾਕੀ ਇਨਸਾਨ ਤਾਂ ਪਾਪ ਕਰਦੇ ਆ, ਪਰ ਜਿਹੜਾ ਧਰਮੀ ਆ,
ਕਹਿੰਦਾ ਜਿਹੜੇ ਧਰਮੀ ਆਪਣੇ ਆਪ ਨੂੰ ਕਹਿੰਦੇ ਆ ਜਾਂ ਧਰਮੀ ਹੈਗੇ ਨੇ, ਕਹਿੰਦਾ ਉਹ ਵੀ ਅਜਿਹਾ ਕੋਈ ਧਰਮੀ ਨਹੀਂ ਹੈਗਾ ਵੀ ਜਿਹਨੇ ਕੋਈ ਪਾਪ ਹੀ ਨਾ ਕੀਤਾ ਹੋਵੇ, ਸਿਰਫ ਭਲੇ ਹੀ ਕੰਮ ਕੀਤੇ ਹੋਣ। ਇੱਦਾਂ ਦਾ ਕੋਈ ਵੀ ਪਰਸਨ ਇਸ ਧਰਤੀ 'ਤੇ ਨਹੀਂ ਹੈਗਾ, ਭਾਵੇਂ ਕੋਈ 16 ਘੰਟੇ ਪ੍ਰਾਰਥਨਾ ਕਰੇ, ਭਾਵੇਂ ਕੋਈ 18 ਘੰਟੇ ਕਰੇ, ਭਾਵੇਂ ਕੋਈ 20 ਘੰਟੇ ਪ੍ਰਾਰਥਨਾ ਕਰਨ ਵਾਲਾ ਹੀ ਕਿਉਂ ਨਾ ਹੋਵੇ, ਅਜਿਹਾ ਕੋਈ ਬੰਦਾ ਹੈ ਨਹੀਂ ਇਸ ਧਰਤੀ 'ਤੇ ਜਿਹਦੇ ਤੋਂ ਕੋਈ ਪਾਪ ਹੋਇਆ ਨਾ ਹੋਵੇ। ਕਿਉਂਕਿ ਸਾਨੂੰ ਲੱਗਦਾ ਵੀ ਸਾਡੀ ਨਿਗਾਹ ਦੇ ਵਿੱਚ ਆਹ ਕੰਮ ਸਹੀ ਆ, ਪਰ ਪ੍ਰਭੂ ਨੂੰ ਨਹੀਂ ਨਾ ਉਹ ਕੰਮ ਸਹੀ ਲੱਗਦਾ। ਹੁਣ ਸਾਡੀ ਨਿਗਾਹ ਦੇ ਵਿੱਚ ਇਹ ਕੰਮ ਸਹੀ ਆ ਵੀ ਅਸੀਂ ਸੈਟਲ ਹੋਣਾ ਤੇ ਅਸੀਂ ਆਪਣੇ ਘਰਦਿਆਂ ਦਾ ਬੋਝ ਚੱਕਣਾ ਆ, ਪਰ ਪਰਮੇਸ਼ਰ ਕਹਿੰਦਾ ਬਹੁਤਾ ਧਨ ਤੁਹਾਨੂੰ ਅੰਨਾ ਕਰ ਦੇਗਾ। ਅਸੀਂ ਧੰਨਵਾਨ ਹੋਣਾ ਆ ਕਿਉਂਕਿ ਸੰਸਾਰ ਸਾਨੂੰ ਕਹਿੰਦਾ ਆ ਵੀ ਧੰਨਵਾਨ ਬੰਦੇ ਦੀ ਸ਼ੋਭਾ ਹੁੰਦੀ ਆ, ਪਰ ਪਰਮੇਸ਼ਰ ਧਨੀ ਨੂੰ ਕੁਛ ਸਮਝਦਾ ਹੀ ਨਹੀਂ। ਸਾਡੀ ਤੇ ਪਰਮੇਸ਼ਰ ਦੀ ਸੋਚ ਵਿੱਚ ਬਹੁਤ ਫਰਕ ਆ। ਪਰਮੇਸ਼ਰ ਦਾ ਵੇਖਣਾ ਮਨੁੱਖਾਂ ਦਾ ਵੇਖਣਾ ਨਹੀਂ ਆ। ਪਰਮੇਸ਼ਰ ਦੀ ਸੋਚ ਇਨਸਾਨ ਦੀ ਸੋਚ ਨਾਲ ਮੈਚ ਨਹੀਂ ਕਰਦੀ। ਜਿਹੜੇ ਕੰਮ ਸਾਨੂੰ ਚੰਗੇ ਲੱਗਦੇ ਆ ਨਾ, ਉਹ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਚੰਗੇ ਨਹੀਂ ਆ। ਇਸ ਕਰਕੇ ਆਪਣੇ ਆਪ ਨੂੰ ਬਹੁਤਾ ਖਰਾ, ਬਹੁਤਾ ਧਰਮੀ ਨਾ ਦਿਖਾਓ, ਕਿਉਂਕਿ ਪਰਮੇਸ਼ਰ ਜਾਣਦਾ ਆ। ਉਹਨੇ ਸਾਡੇ ਗੁਪਤ ਵਿੱਚ ਤੇ ਪ੍ਰਗਟ ਵਿੱਚ ਕੀਤੇ ਹੋਏ ਸਾਰੇ ਕੰਮਾਂ ਨੂੰ ਵੇਖਿਆ ਤੇ ਜਾਣਿਆ ਤੇ ਪਰਖਿਆ ਆ, ਜਾਂਚਿਆ ਹੈ ਉਹਨੇ ਵੀ ਇਹ ਕਿੰਨੇ % ਸਹੀ ਆ ਤੇ ਕਿੰਨੇ % ਗਲਤ ਆ। ਬੇਸ਼ੱਕ ਪਰਮੇਸ਼ਰ ਸੰਸਾਰ ਦਾ ਨਹੀਂ ਆ, ਪਰ ਬਣਾਇਆ ਤਾਂ ਉਹਨੇ ਹੀ ਆ ਨਾ ਸਾਰੇ ਸੰਸਾਰ ਨੂੰ। ਇੱਕ ਮਾਂ ਕਹਿੰਦੀ ਕਿ ਮੈਂ ਤੈਨੂੰ ਪੈਦਾ ਕੀਤਾ, ਮੈਂ ਤੇਰੀ ਰਗ ਰਗ ਤੋਂ ਜਾਣੂ ਆ, ਤਾਂ ਉਸ ਪਰਮੇਸ਼ਰ ਨੇ ਸਾਰੇ ਸੰਸਾਰ ਨੂੰ ਬਣਾਇਆ। ਉਹ ਸੰਸਾਰ ਦੇ ਕੋਨੇ-ਕੋਨੇ ਦਾ ਜਾਣੂ ਆ ਕਿ ਕਿਹੜਾ ਕੰਮ ਭਲਾ ਤੇ ਕਿਹੜਾ ਕੰਮ ਬੁਰਾ ਆ, ਕਿਹੜੀ ਸੋਚ ਇਹਨੂੰ ਬਦੀ ਵੱਲ ਲੈ ਕੇ ਜਾ ਰਹੀ ਹੈ ਤੇ ਕਿਹੜੀ ਸੋਚ ਇਹਨੂੰ ਮੇਰੇ ਵੱਲ ਵਧਾ ਰਹੀ ਆ। ਇਸ ਕਰਕੇ ਉਹਨੇ ਤਾਂ ਸਾਡੇ ਸਾਹ ਵੀ, ਸਾਡੇ ਵਾਲ ਵੀ ਗਿਣੇ ਹੋਏ ਆ। ਉਹਦੇ ਸਾਹਮਣੇ ਵਾਲੇ ਸਮਾਰਟ ਬਣਨ ਦੀ ਸਾਨੂੰ ਲੋੜ ਨਹੀਂ ਹੈਗੀ, ਕਿਉਂਕਿ ਉਹ ਸਾਨੂੰ ਸਾਡੀ ਮਾਂ ਤੋਂ ਵੀ ਵੱਧ ਕੇ ਜਾਣਦਾ ਆ। ਕਹਿੰਦਾ ਮੈਂ ਤੈਨੂੰ ਤੇਰੇ ਮਾਂ ਦੇ ਗਰਭ ਵਿੱਚ ਪਾਉਣ ਤੋਂ ਵੀ ਪਹਿਲਾਂ ਚੁਣਿਆ ਸੀ। ਗਰਭ ਵਿੱਚ ਪਏ ਹੋਏ ਨੂੰ ਚੁਣਨਾ ਤਾਂ ਇੱਕ ਅਲੱਗ ਗੱਲ ਆ, ਗਰਭ 'ਚ ਪਾਉਣ ਤੋਂ ਵੀ ਪਹਿਲਾਂ ਕਹਿੰਦਾ ਮੈਂ ਤੈਨੂੰ ਚੁਣ ਲਿਆ ਸੀ। ਤਾਂ ਕੀ ਉਹ ਪਰਮੇਸ਼ਰ ਸਾਡੀਆਂ ਗੱਲਾਂ ਤੋਂ ਅਣਹੋਣਾ ਆ, ਜਾਂ ਕੀ ਉਹ ਸਾਡੀਆਂ ਗੱਲਾਂ ਤੋਂ ਅਣਜਾਣ ਆ, ਜਾਂ ਕੀ ਉਹ ਇਹ ਕਹਿ ਸਕਦਾ ਵੀ ਹਾਂ ਤੇਰੀ ਜ਼ਿੰਦਗੀ ਦਾ ਕੋਈ ਕੋਨਾ ਹੈਗਾ ਜਿੱਤੋਂ ਮੈਨੂੰ ਨਹੀਂ ਸਮਝ ਵੀ ਤੂੰ ਕੀ ਕੀਤਾ ਆ। ਉਹ ਸਭ ਜਾਣਦਾ ਸੀ ਕੀ ਕੀਤਾ, ਕਿੰਨੇ ਧਰਮੀ ਆ, ਕਿੰਨੇ % ਅਸੀਂ ਪ੍ਰਾਰਥਨਾ 'ਚ ਹੁੰਨੇ ਆ ਜਦੋਂ ਬੈਠੇ ਹੁੰਨੇ ਆ, ਜਾਂ ਕਿੰਨੇ % ਸਾਡਾ ਧਿਆਨ ਇਹ ਹੁੰਦਾ ਆ ਵੀ ਮੈਂ ਤੜਕਾ ਵੀ ਲਾ ਕੇ ਆਈ ਕਿਤੇ ਮੇਰੀ ਸਬਜ਼ੀ ਨਾ ਸੜ ਜੇ, ਤੇ ਉੱਧਰੋਂ ਅਸੀਂ ਵਚਨ ਪੜ੍ਹ ਰਹੇ ਹੁੰਨੇ ਆ। ਅਜਿਹਾ ਮੇਰੇ ਨਾਲ ਹੁੰਦਾ ਆ। ਇਸ ਕਰਕੇ ਆਪਣੇ ਆਪ ਨੂੰ ਬਹੁਤਾ ਖਰਾ ਨਹੀਂ ਕਰਨਾ, ਪਰਮੇਸ਼ਰ ਦੇ ਸਾਹਮਣੇ ਨੀਵੇਂ ਬਣੋ। ਸਾਡਾ ਪ੍ਰਾਰਥਨਾ ਕਰਨ ਦਾ ਤਰੀਕਾ, ਵਚਨ 'ਚ ਅਸੀਂ ਪੜ੍ਹਿਆ ਨਾ ਕਿ ਪ੍ਰਾਰਥਨਾ ਦਾ ਸਹੀ ਤਰੀਕਾ, ਪ੍ਰਾਰਥਨਾ ਕਰਨ ਦਾ ਵੇਖਿਆ ਜਾਵੇ ਕੋਈ ਤਰੀਕਾ ਨਹੀਂ ਹੁੰਦਾ, ਪਰ ਆਪਣੇ ਆਪ ਨੂੰ ਉੱਚਾ ਦਿਖਾ ਕੇ ਪ੍ਰਾਰਥਨਾ ਕਰਨ ਦਾ ਤਰੀਕਾ ਗਲਤ ਆ। ਅਸੀਂ ਆਪਣੇ ਬਾਪ ਦੇ ਨਾਲ ਕਿਸੇ ਵੀ ਤਰੀਕੇ ਨਾਲ ਗੱਲ ਕਰ ਸਕਦੇ। ਉਹ ਸਾਡਾ ਬਾਪ ਆ, ਉਹ ਸਾਡੇ ਤੋਂ ਅਣਜਾਣ ਨਹੀਂ ਆ, ਉਹ ਕੋਈ ਅਨੋਖਾ ਨਹੀਂ ਹੈਗਾ ਵੀ ਉਹਦੇ ਨਾਲ ਗੱਲ ਕਰਨ ਦੇ ਲਈ ਸਾਨੂੰ ਪਹਿਲਾਂ ਕਿਤਾਬਾਂ ਸਿੱਖਣੀਆਂ ਪੈਣਗੀਆਂ। ਅਸੀਂ ਪਰਮੇਸ਼ਰ ਦੇ ਨਾਲ ਗੱਲ ਕਰਨ ਦੇ ਲਈ ਪਹਿਲਾਂ ਕੋਰਸ ਕਰਕੇ ਆਈਏ, ਫਿਰ ਹੀ ਉਹਦੇ ਨਾਲ ਗੱਲ ਕਰ ਸਕਦੇ ਹਾਂ। ਉਹ ਵੀ ਸਾਡੇ ਵਰਗਾ ਹੀ ਆ, ਅਸੀਂ ਉਹਦੇ 'ਚੋਂ ਨਿਕਲੇ ਆ। ਜੋ ਸਾਡਾ ਆ ਸੋਚ ਸਮਝ ਦਾ ਤਰੀਕਾ ਉਸੇ ਸਮੇਂ ਦਾ ਉਹਦਾ ਆ। ਬਸ ਹਾਂ ਇਹ ਆ ਕਿ ਸਾਡੀ ਸੋਚ ਬਾਹਲੀ ਛੋਟੀ ਆ ਤੇ ਉਹਦੀ ਸੋਚ ਬਾਹਲੀ ਵੱਡੀ ਆ, ਬਸ ਇੰਨਾ ਕੁ ਫਰਕ ਆ। ਪਰ ਇੱਕ ਬਹੁਤ ਛੋਟਾ 3 ਸਾਲ ਦਾ ਬੱਚਾ ਵੀ ਆਪਣੇ ਮਾਂ-ਬਾਪ ਨਾਲ ਗੱਲ ਕਰਦਾ ਨਾ, ਜਦ ਕਿ ਉਸ ਬੱਚੇ ਦੀ ਕੋਈ ਸੋਚ ਨਹੀਂ ਹੁੰਦੀ, ਉਹਦੇ ਜੋ ਦਿਲ 'ਚ ਹੁੰਦਾ ਉਹੀ ਕਰਦਾ, ਔਰ ਉਹਦੇ ਮਾਂ-ਬਾਪ ਨੂੰ ਉਹੀ ਪਸੰਦ ਆਉਂਦਾ ਜੋ ਵੀ ਉਹ ਤੋਤਲੀ ਜ਼ੁਬਾਨ ਨਾਲ ਬੋਲਦਾ ਆ। ਉਸੇ ਤਰ੍ਹਾਂ ਅਸੀਂ ਪਰਮੇਸ਼ਰ ਦੇ ਸਾਹਮਣੇ ਬਹੁਤ ਛੋਟੇ ਬੱਚੇ ਆ, ਅਤੇ ਅਸੀਂ ਇੱਕ ਬੱਚੇ ਦੀ ਤਰ੍ਹਾਂ ਆਪਣੇ ਬਾਪ ਨਾਲ ਗੱਲ ਕਰਨੀ ਆ। ਔਰ ਸਾਨੂੰ ਸਾਡੇ ਬਾਪ ਨਾਲ ਗੱਲ ਕਰਨ ਦਾ ਤਰੀਕਾ ਨਾ ਤਾਂ ਕੋਈ ਸਿਖਾ ਸਕਦਾ ਤੇ ਨਾ ਹੀ ਇਹੋ ਜਿਹੀ ਕੋਈ ਕਿਤਾਬ ਹੈਗੀ ਆ ਜਿਹਨੂੰ ਅਸੀਂ ਪੜ੍ਹ ਕੇ ਸਿੱਖੀਏ ਵੀ ਅਸੀਂ ਆਪਣੇ ਬਾਪ ਨਾਲ ਕਿੱਦਾਂ ਗੱਲ ਕਰ ਸਕਦੇ ਹਾਂ। ਉਹਨੂੰ ਇੱਕ ਹਊਆ ਨਾ ਸਮਝੋ, ਉਹਨੂੰ ਇੱਕ ਡਰਾਉਣ ਵਾਲੀ ਚੀਜ਼ ਨਾ ਸਮਝੋ। ਉਹ ਕੋਈ ਵੱਡੇ ਸਿੰਘਾਸਨ ਤੇ ਲੋਹੇ ਦੀ ਲਾਠੀ ਲੈ ਕੇ ਸਾਡੇ ਮਾਰਨ ਲਈ ਨਹੀਂ ਬੈਠਾ ਵੀ ਜੇ ਅਸੀਂ ਗਲਤ ਬੋਲਾਂਗੇ ਤਾਂ ਡੰਡਾ ਮਾਰ ਦੇਗਾ ਸਾਡੇ। ਉਹ ਸਾਡੇ ਦਿਲ ਦੀ ਸੁਣਨਾ ਚਾਹੁੰਦਾ, ਜੋ ਸਾਡੇ ਦਿਲ 'ਚੋਂ ਕੱਢੋ। ਪਰ ਆਪਣੇ ਆਪ ਨੂੰ ਬਹੁਤਾ ਧਰਮੀ ਦਿਖਾਉਣ ਦੇ ਲਈ ਨਹੀਂ, ਨੀਵੇਂ ਹੋ ਕੇ ਆਪਣੇ ਪਿਤਾ ਦੇ ਨਾਲ ਜਿੱਦਾਂ ਗੱਲ ਕਰਦੇ ਉਸੇ ਤਰ੍ਹਾਂ ਗੱਲ ਕਰੋ। ਕੋਈ ਸਾਨੂੰ ਆਪਣੇ ਬਾਪ ਨਾਲ ਗੱਲ ਕਰਨ ਦਾ ਤਰੀਕਾ ਨਹੀਂ ਸਿਖਾ ਸਕਦਾ। ਸਾਡੇ ਤੇ ਸਾਡੇ ਪਿਤਾ ਦੇ ਦਿਲ ਦਾ ਰਾਸਤਾ ਸਿੱਧਾ ਹੋਣਾ ਚਾਹੀਦਾ, ਮਿਕਸੀ ਵਾਲਾ ਨਹੀਂ। ਮਿਕਸ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ, ਵੈਸੇ ਉਹਦੇ ਨਾਲ ਚੰਗੀਆਂ ਹੀ ਕਰਾਂਗੇ। ਉੱਦਾਂ ਦੇ ਸਵਾਲ ਵੀ ਪੁੱਛੋ ਜਿਹੜੇ ਤੁਹਾਡੇ ਮਨ 'ਚ ਹੈਗੇ ਆ ਕਿ ਪ੍ਰਭੂ ਆਹ ਗੱਲ ਆ। ਮੈਂ ਹਮੇਸ਼ਾ ਅੱਜ ਤੱਕ ਮੈਨੂੰ ਇਸ ਗੱਲ ਦੇ ਜਵਾਬ ਨਹੀਂ ਮਿਲ ਪਾਇਆ। ਅਗਰ ਕਿਸੇ ਨੂੰ ਪਤਾ ਹੋਇਆ ਤਾਂ ਮੈਨੂੰ ਜ਼ਰੂਰ ਦੱਸਿਓ। ਮੈਂ ਪਰਮੇਸ਼ਰ ਨੂੰ ਵੀ ਪੁੱਛਦੀ ਰਹਿੰਦੀ ਇਹ ਗੱਲ, ਮੈਨੂੰ ਅੱਜ ਤੱਕ ਨਹੀਂ ਜਵਾਬ ਮਿਲਿਆ ਕਿ ਜਦੋਂ ਅਸੀਂ ਜਾਣਦੇ ਹਾਂ ਕਿ ਇਜ਼ਰਾਈਲੀਆਂ ਨੂੰ ਪਰਮੇਸ਼ਰ ਨੇ ਮਿਸਰ ਦੇ ਵਿੱਚੋਂ ਕੱਢ ਕੇ ਲੈ ਕੇ ਆਉਣਾ ਸੀ, ਤਾਂ ਫਿਰੌਨ ਰਾਜਾ ਡਰ ਜਾਂਦਾ ਸੀ ਜਦੋਂ ਵੀ ਮੂਸਾ ਉਹਨੂੰ ਜਾ ਕੇ ਦੱਸਦਾ ਸੀ ਨਾ ਕਿ ਯਹੋਵਾ ਮੇਰਾ ਪਰਮੇਸ਼ਰ ਇਸ ਤਰ੍ਹਾਂ ਕਹਿੰਦਾ ਆ ਵੀ ਮੈਂ ਤੇਰੇ ਤੇ ਬਿਮਾਰੀਆਂ ਘੱਲਾਂਗਾ, ਵਬਾ ਘੱਲਾਂਗਾ ਜੇ ਤੂੰ ਮੇਰੇ ਇਜ਼ਰਾਈਲੀਆਂ ਨੂੰ ਨਹੀਂ ਛੱਡੇਗਾ। ਉਹ ਡਰ ਜਾਂਦਾ ਸੀ, ਛੱਡਣ ਦੇ ਲਈ ਤਿਆਰ ਹੋ ਜਾਂਦਾ ਸੀ, ਪਰ ਪਰਮੇਸ਼ਰ ਉਹਦਾ ਮਨ ਬਦਲ ਦਿੰਦਾ ਸੀ ਵਾਰ-ਵਾਰ।
ਪਰਮੇਸ਼ਰ ਬਦਲਦਾ ਸੀ, ਉਹਦਾ ਮਨ ਉਹ ਮੂਸਾ ਦੀ ਗੱਲ ਸੁਣ ਕੇ ਡਰ ਜਾਂਦਾ ਸੀ। ਤੇ ਮੈਂ ਪਰਮੇਸ਼ਰ ਨੂੰ ਇਹੀ ਸਵਾਲ ਪੁੱਛਦੀ, ਪਰਮੇਸ਼ਰ ਤੁਸੀਂ ਕਿਉਂ ਉਹਦਾ ਮਨ ਬਦਲਦੇ ਸੀ? ਜੇ ਉਹਦਾ ਮਨ ਤੁਸੀਂ ਬਦਲਦੇ ਸੀ ਫਿਰ ਫਿਰੌਨ ਤੇ ਸਜ਼ਾ ਕਿਉਂ ਆਈ? ਮਨ ਤਾਂ ਤੁਸੀਂ ਬਦਲਿਆ ਨਾ, ਫਿਰ ਫਿਰੌਨ ਨੂੰ ਸਜ਼ਾ ਕਿਸ ਗੱਲ ਦੀ ਮਿਲੀ? ਅਗਰ ਕਿਸੇ ਕੋਲ ਇਸ ਗੱਲ ਦਾ ਜਵਾਬ ਹੋਇਆ ਤਾਂ ਮੈਨੂੰ ਜ਼ਰੂਰ ਦੱਸਿਓ। ਮੈਂ ਤਾਂ ਪਰਮੇਸ਼ਰ ਤੋਂ ਹੀ ਪੁੱਛਿਆ, ਹਜੇ ਤੱਕ ਮੈਨੂੰ ਇਹਦਾ ਜਵਾਬ ਨਹੀਂ ਮਿਲਿਆ। ਔਰ ਮੈਂ ਡਰ ਨਹੀਂ ਰੱਖਦੀ ਉਸ ਪਰਮੇਸ਼ਰ ਤੋਂ। ਮੈਂ ਇਹ ਕਹਿੰਦੀ ਕਿ ਪ੍ਰਭੂ ਜੋ ਵਚਨ ਦੀ ਸੱਚਾਈ ਹੈ ਮੈਨੂੰ ਦੱਸ, ਮੇਰਾ ਡਾਊਟ ਤੂੰ ਕਲੀਅਰ ਕਰ। ਹਜੇ ਤੱਕ ਹੋਇਆ ਨਹੀਂ, ਜੇ ਕਿਸੇ ਨੂੰ ਪਤਾ ਹੋਇਆ ਜ਼ਰੂਰ ਦੱਸਿਓ। ਇਸੇ ਤਰ੍ਹਾਂ ਜੋ ਤੁਹਾਡੇ ਡਾਊਟ ਨੇ ਪਰਮੇਸ਼ਰ ਨੂੰ ਖਰੀ ਚਾਲ ਦੇ ਵਿੱਚ ਪੁੱਛੋ ਕਿ ਹਾਂ ਪਰਮੇਸ਼ਰ ਇਹ ਮੇਰੇ ਮਨ 'ਚ ਸ਼ੱਕ ਹੈ, ਇੱਦਾਂ ਹੋਇਆ ਵਚਨ ਦੇ ਵਿੱਚ, ਪਰ ਕਿਉਂ ਹੋਇਆ ਮੈਨੂੰ ਦੱਸ। ਤਾਂ ਪਰਮੇਸ਼ਰ ਸਮਾਂ ਪਾ ਕੇ ਦੱਸੇ, ਪਰ ਦੱਸੇਗਾ ਜ਼ਰੂਰ। ਇਸ ਲਈ ਪ੍ਰਾਰਥਨਾ ਕਰਨੀ ਸਹੀ ਤਰੀਕੇ ਨਾਲ ਕਰੋ। ਤਰੀਕਾ ਹਰ ਇੱਕ ਸਹੀ ਹੁੰਦਾ, ਬਸ ਇਹ ਤਰੀਕਾ ਨਹੀਂ ਅਸੀਂ ਅਪਣਾਉਣਾ ਜਿੱਦਾਂ ਫਰੀਸੀ ਨੇ ਕੀਤਾ, ਮਸੂਲੀਆ ਦੀ ਤਰ੍ਹਾਂ ਕਰਨਾ ਆ। ਜ਼ਰੂਰੀ ਨਹੀਂ ਹੈ ਕਿ ਅਸੀਂ ਖੂਨ ਨਹੀਂ ਕੀਤਾ ਤੇ ਅਸੀਂ ਕਵਾਂਗੇ ਪ੍ਰਭੂ ਮੈਂ ਖੂਨ ਕੀਤਾ ਆ ਮੈਨੂੰ ਮਾਫ਼ ਕਰ। ਅਸੀਂ ਵਿਭਚਾਰ ਨਹੀਂ ਕੀਤਾ ਤੇ ਅਸੀਂ ਉਹੀ ਕਵਾਂਗੇ ਪ੍ਰਭੂ ਮੈਂ ਵਿਭਚਾਰ ਕੀਤਾ ਮੈਨੂੰ ਮਾਫ਼ ਕਰ। ਇਹ ਕਹਿਣਾ ਕਿ ਪ੍ਰਭੂ ਮੇਰੇ ਤੋਂ ਪਾਪ ਹੋ ਗਏ ਆ, ਮੈਨੂੰ ਨਹੀਂ ਪਤਾ ਮੇਰੇ ਤੋਂ ਕਿਹੜੇ ਹੋ ਗਏ ਆ, ਜਾਣੇ ਅਣਜਾਣੇ ਵਿੱਚ ਮੇਰੇ ਤੋਂ ਹੋ ਗਏ ਹੋਣਗੇ, ਕਿਉਂਕਿ ਮੇਰੀ ਸੋਚ ਤੇਰੀ ਸੋਚ ਸਾਹਮਣੇ ਕੁਛ ਵੀ ਨਹੀਂ ਆ। ਇਸ ਕਰਕੇ ਜਾਣੇ ਅਣਜਾਣੇ ਵਿੱਚ ਹੋਏ ਸਾਰੇ ਪਾਪਾਂ ਤੋਂ ਮੈਨੂੰ ਮਾਫ਼ ਕਰ, ਮੈਨੂੰ ਮਾਫ਼ ਕਰ। ਮੈਨੂੰ ਦੱਸ ਕਿ ਮੈਂ ਆਖਿਰ ਕੀ ਕਰਾਂ ਹੁਣ, ਮੈਨੂੰ ਰਾਹ ਦਿਖਾ ਕਿ ਮੈਂ ਕਿੱਥੇ ਜਾਵਾਂ। ਮੈਨੂੰ ਰਾਹਾਂ ਦੇ ਵਿੱਚ ਰੋਸ਼ਨੀ ਕਰ, ਮੇਰੇ ਰਾਹ ਹਨੇਰੇ ਪਏ ਆ, ਮੈਨੂੰ ਦੱਸ ਪਰਮੇਸ਼ਰ ਕਿ ਮੈਂ ਕੀ ਕਰਾਂ। ਔਰ ਸੱਚਮੁੱਚ ਉਹ ਮਹਾਨ ਪਰਮੇਸ਼ਰ ਆ, ਉਹ ਸਾਡੀ ਆਵਾਜ਼ ਨੂੰ ਸੁਣੇਗਾ ਤੇ ਸਾਨੂੰ ਉੱਤਰ ਜ਼ਰੂਰ ਦੇਵੇਗਾ। ਹਾਲੇਲੂਇਆ। ਤਾਂ ਆਓ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ, 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 ਧੰਨਵਾਦ ਕਰਦੇ ਖੁਦਾਵੰਦ ਖੁਦਾ। ਪਵਿੱਤਰ ਪਰਮੇਸ਼ਰ ਤੁਹਾਡੀ ਪਵਿੱਤਰ ਹਜ਼ੂਰੀ ਅੱਗੇ ਝੁਕਦੇ ਪਿਤਾ ਪਰਮੇਸ਼ਰ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਹੋਏ ਪ੍ਰਭੂ ਜੀ ਸੱਚਮੁੱਚ ਅੱਜ ਦੀ ਸ਼ਾਮ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਖੁਦਾਵੰਦ। ਅੱਜ ਦੀ ਸ਼ਾਮ ਤੱਕ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ, ਸਾਡੇ ਰਾਹਾਂ ਨੂੰ ਤੁਸੀਂ ਸਿੱਧਾ ਕੀਤਾ ਪ੍ਰਭੂ ਜੀ, ਸਾਡੇ ਆਉਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ, ਸਾਡੇ ਰਾਹਾਂ ਦੇ ਵਿੱਚ ਤੁਸੀਂ ਆਪਣੇ ਦੂਤਾਂ ਨੂੰ ਛੱਡਿਆ ਖੁਦਾਵੰਦ, ਸਾਨੂੰ ਖਤਰੇ ਮੁਸੀਬਤ ਦੁਰਘਟਨਾ ਪਰੇਸ਼ਾਨੀ ਔਰ ਬਿਮਾਰੀਆਂ ਤੋਂ ਬਚਾ ਕੇ ਰੱਖਿਆ ਪ੍ਰਭੂ ਜੀ। ਦਿਲ ਤੋਂ ਧੰਨਵਾਦ ਕਰਦੇ ਖੁਦਾਵੰਦ ਸਾਡੀ ਰੋਜ਼ ਦੀ ਰੋਟੀ ਦੇ ਲਈ ਪਿਤਾ ਪਰਮੇਸ਼ਰ, ਦਿਨ ਭਰ 'ਚ ਦਿੱਤੀਆਂ ਸਾਰੀਆਂ ਨਿਆਮਤਾਂ ਦੇ ਲਈ ਖੁਦਾਵੰਦ, ਘਰ ਵਿੱਚ ਦਿੱਤੀਆਂ ਸਾਰੀਆਂ ਬਰਕਤਾਂ ਦੇ ਲਈ ਤੁਹਾਡਾ ਸੱਚਮੁੱਚ ਦਿਲ ਤੋਂ ਧੰਨਵਾਦ ਕਰਦੇ ਖੁਦਾਵੰਦ। ਸਭ ਤੋਂ ਪਹਿਲਾਂ ਅਸੀਂ ਸਭ ਦੇ ਸਭ ਆਪਣੇ ਸਿਰਾਂ ਨੂੰ ਤੁਹਾਡੀ ਹਜ਼ੂਰੀ ਵਿੱਚ ਝੁਕਾਉਂਦੇ ਹੋਏ ਪ੍ਰਭੂ ਜੀ ਆਪਣੇ ਹੱਥਾਂ ਨੂੰ ਸਵਰਗ ਵੱਲ ਉਠਾਉਂਦੇ ਹੋਏ ਦਿਨ ਭਰ ਵਿੱਚ ਕੀਤੇ ਸਾਰੇ ਗਲਤੀਆਂ ਗੁਨਾਹਾਂ ਪਾਪਾਂ ਅਪਰਾਧਾਂ ਤੋਂ ਤੌਬਾ ਕਰਦੇ ਹਾਂ ਪ੍ਰਭੂ ਜੀ। ਜਾਣੇ ਤੇ ਅਣਜਾਣੇ ਦੇ ਵਿੱਚ ਸਾਡੇ ਤੋਂ ਗਲਤੀਆਂ ਗੁਨਾਹ ਹੋ ਗਏ ਹੋਣੇ ਪਿਤਾ ਪਰਮੇਸ਼ਰ ਮਾਫ਼ ਕਰਨਾ ਬਖਸ਼ਣਾ ਖੁਦਾਵੰਦ, ਕਿਉਂ ਜੋ ਤੁਸੀਂ ਧਰਮੀਆਂ ਦਾ ਨਿਆਂ ਕਰਨ ਵਾਲੇ ਅਤੇ ਪਾਪੀਆਂ ਨੂੰ ਬਖਸ਼ਣ ਵਾਲੇ ਪਰਮੇਸ਼ਰ ਖੁਦਾਵੰਦ। ਮਦਦ ਸਹਾਇਤਾ ਅਗਵਾਈ ਕਰੋ ਪਿਤਾ ਪਰਮੇਸ਼ਰ, ਦਇਆ ਕਰੋ ਖੁਦਾਵੰਦ ਖੁਦਾ, ਆਪਣੀ ਸਦਾ ਦੀ ਦਇਆ ਦੇ ਨਾਲ ਬਲੈਸ ਕਰੋ, ਆਸ਼ੀਸ਼ਿਤ ਕਰੋ, ਸ਼ੁੱਧ ਕਰੋ ਖੁਦਾਵੰਦ। ਪਰਮੇਸ਼ਰ ਪਿਤਾ ਜਿੰਨੇ ਵੀ ਭੈਣ ਭਾਈ ਅੱਜ ਦੀ ਸ਼ਾਮ ਦੇ ਵਿੱਚ ਤੁਹਾਡੀ ਹਜ਼ੂਰੀ ਦੇ ਵਿੱਚ ਆਪਣੇ ਸਿਰਾਂ ਨੂੰ ਝੁਕਾਏ ਹੋਏ ਨੇ ਖੁਦਾਵੰਦ, ਇਹਨਾਂ ਦੇ ਸਿਰਾਂ ਦੇ ਉੱਤੇ ਅੱਜ ਤੁਹਾਡਾ ਸੱਜਾ ਔਰ ਫਤਿਹਮੰਦ ਹੱਥ ਉਤਰਾਵੇ ਪਿਤਾ ਪਰਮੇਸ਼ਰ, ਪੂਰੇ ਘਰ ਬਲੈਸ ਕੀਤੇ ਜਾਣ ਖੁਦਾਵੰਦ, ਸਾਰੇ ਰੋਗਾਂ ਬਿਮਾਰੀਆਂ ਤੋਂ ਆਜ਼ਾਦ ਕਰੋ ਪ੍ਰਭੂ ਜੀ, ਤੁਹਾਡੇ ਦੂਤ ਇਹਨਾਂ ਦੀ ਰੱਖਿਆ ਹਿਫਾਜ਼ਤ ਕਰਨ। ਅੱਜ ਸੱਚਮੁੱਚ ਸੱਚਾ ਸਹਾਇਕ ਉਤਰਾਵੇ ਔਰ ਇਹਨਾਂ ਦੇ ਸਾਰੇ ਉਲਝਿਆ ਰਾਹਾਂ ਦੇ ਵਿੱਚ ਇਹਨਾਂ ਦੀ ਮਦਦ ਸਹਾਇਤਾ ਅਗਵਾਈ ਕਰੇ, ਸਾਰੇ ਮਤਹੀਣਾਂ ਨੂੰ ਮੱਤ ਦੇ ਕੇ ਜਾਵੇ ਪਿਤਾ ਪਰਮੇਸ਼ਰ, ਸਾਰੇ ਬੇਸਮਝਾਂ ਨੂੰ ਸਮਝ ਦਾ ਆਤਮਾ ਦੇਵੇ, ਸਾਰੇ ਝੁਕਿਆ ਹੋਇਆਂ ਨੂੰ ਅੱਜ ਸਿੱਧਾ ਕਰੇ ਪਿਤਾ ਪਰਮੇਸ਼ਰ, ਸਾਰੇ ਨੀਵਿਆਂ ਨੂੰ ਅੱਜ ਉੱਚਾ ਉਠਾਵੇ ਅਤੇ ਉੱਚੇ ਉਠਾਏ ਹੋਏ ਸਿਰਾਂ ਨੂੰ ਨੀਵਿਆਂ ਕਰੇ ਪਿਤਾ ਪਰਮੇਸ਼ਰ, ਉਹਨਾਂ ਨੂੰ ਸਮਝ ਤਾਕਤ ਅਤੇ ਬਲ ਦੇਵੇ ਖੁਦਾਵੰਦ, ਸਾਮਰਥ ਔਰ ਦਇਆ ਭਾਵਨਾ ਦੇ ਨਾਲ ਉਹਨਾਂ ਦਾ ਸੁਧਾਰ ਕਰੇ ਪਿਤਾ ਪਰਮੇਸ਼ਰ, ਤਾਂ ਜੋ ਇਹ ਨਾਸ਼ ਨਾ ਹੋਣ ਪਰ ਬਚਾ ਲਏ ਜਾਣ ਖੁਦਾਵੰਦ। ਸੱਚਮੁੱਚ ਤੁਸੀਂ ਮਸੂਲੀਏ ਅਤੇ ਫਰੀਸੀਏ ਦੀ ਦੁਆ ਤੋਂ ਸਾਨੂੰ ਦੱਸਿਆ ਪਰਮੇਸ਼ਰ ਪਿਤਾ ਕਿ ਸਾਡਾ ਆਪਣੇ ਆਪ ਨੂੰ ਉੱਚਾ ਕਰਨਾ ਸਾਡੇ ਨੁਕਸਾਨ ਦਾ ਕਾਰਨ ਹੈ। ਜਿੱਦਾਂ ਫਰੀਸੀ ਨੇ ਆਪਣੇ ਆਪ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਆਪ ਨੂੰ ਪ੍ਰਭੂ ਦੇ ਅੱਗੇ ਖਰਾ ਦਿਖਾਇਆ, ਪਰ ਉਹ ਨੀਵਾਂ ਅਤੇ ਸ਼ਰਮਿੰਦਾ ਕੀਤਾ ਗਿਆ। ਪਰ ਉਸ ਚੁੰਗੀ ਲੈਣ ਵਾਲੇ ਨੇ ਖੁਦਾਵੰਦ ਆਪਣੇ ਆਪ ਨੂੰ ਨੀਵਿਆਂ ਕੀਤਾ ਤੇ ਤੁਹਾਡੀ ਹਜ਼ੂਰੀ 'ਚ ਝੁਕਿਆ ਖੁਦਾਵੰਦ, ਔਰ ਸੱਚਮੁੱਚ ਉਹ ਆਪਣੀ ਆਤਮਾ ਦੇ ਵਿੱਚ ਦੁਆ ਦਾ ਫਲ ਪਾ ਚੁੱਕਾ ਖੁਦਾਵੰਦ। ਅਸੀਂ ਵੀ ਇਸੇ ਤਰ੍ਹਾਂ ਹੀ ਆਪਣੀ ਮੱਤ ਦੇ ਵਿੱਚ ਨੀਵੇਂ ਹੋ ਕੇ ਆਪਣੀ ਸੋਚ ਦੇ ਵਿੱਚ ਤੁਹਾਡੇ ਅੱਗੇ ਝੁਕ ਕੇ ਪਿਤਾ ਪਰਮੇਸ਼ਰ ਦੁਆਵਾਂ ਕਰੀਏ, ਤਾਂ ਜੋ ਸਾਡਾ ਉੱਠਣਾ ਬੈਠਣਾ ਬੋਲਣਾ ਚੱਲਣਾ ਤੁਹਾਨੂੰ ਪਸੰਦ ਆਵੇ, ਸਾਡੇ ਮਨ ਕਿਸੇ ਤਰ੍ਹਾਂ ਉੱਚੀ ਸੋਚ ਵਾਲੇ ਨਾ ਹੋਣ ਖੁਦਾਵੰਦ, ਸਾਡੇ ਸਰੀਰ ਕਿਸੇ ਤਰੀਕੇ ਦੇ ਨਾਲ ਵੀ ਹੰਕਾਰੀ ਨਾ ਹੋਣ, ਪਰ ਸਾਡੀ ਆਤਮਾ ਹਮੇਸ਼ਾ ਨੀਵੀਂ ਅਤੇ ਡਾਊਨ ਚੱਲੇ ਪਿਤਾ ਜੀ। ਤੁਹਾਡੇ ਸਵਰਗ ਦੇ ਫਲ ਨੂੰ ਅਸੀਂ ਪ੍ਰਾਪਤ ਕਰੀਏ ਪਿਤਾ ਪਰਮੇਸ਼ਰ, ਅਸੀਂ ਆਪਣਾ ਫਲ ਗਵਾਈਏ ਨਾ, ਪਰ ਸੱਚਮੁੱਚ ਸਾਡੇ ਧਰਮ ਰਾਜ ਦੇ ਵਿੱਚ ਸਵਰਗ ਰਾਜ ਦੇ ਵਿੱਚ ਧਰਮ ਦੇ ਖਜ਼ਾਨੇ ਦੇ ਵਜੋਂ ਸਾਡੇ ਲਈ ਜਮ੍ਹਾਂ ਕੀਤਾ ਜਾਵੇ ਖੁਦਾਵੰਦ। ਹਰ ਇੱਕ ਭੈਣ ਭਾਈ ਜੋ ਅੱਜ ਤੁਹਾਡੀ ਹਜ਼ੂਰੀ ਚੁੱਕੇ ਨੇ ਖੁਦਾਵੰਦ, ਜਾਣੇ ਅਤੇ ਅਣਜਾਣੇ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਪਾਪਾਂ ਅਪਰਾਧਾਂ ਤੋਂ ਤੌਬਾ ਕਰਦੇ ਹਾਂ, ਬਖਸ਼ ਲਓ ਮੇਰੇ ਪਿਤਾ ਪਰਮੇਸ਼ਰ, ਮਾਫ਼ ਕਰੋ ਪ੍ਰਭੂ ਜੀ, ਕਿਉਂ ਜੋ ਅਸੀਂ ਅਣਜਾਣ ਆ ਪਿਤਾ ਪਰਮੇਸ਼ਰ,
ਸਾਨੂੰ ਅਸੀਂ ਆਪਣੀ ਮੱਤ ਦੇ ਵਿੱਚ ਬੱਚੇ ਆ ਪਿਤਾ ਪਰਮੇਸ਼ਰ, ਤੁਸੀਂ ਇੱਕ ਬਾਪ ਦੀ ਤਰ੍ਹਾਂ ਸਾਡਾ ਸੁਧਾਰ ਕਰੋ, ਸਾਨੂੰ ਆਪਣੇ ਸਹੀ ਰਾਹਾਂ ਵੱਲ ਲੈ ਚਲੋ, ਸਾਡੇ ਗਿਆਨ ਬੁੱਧ ਅਤੇ ਸਾਮਰਥ ਨੂੰ ਪਿਤਾ ਪਰਮੇਸ਼ਰ ਹੋਰ ਵਧਾਓ ਪਿਤਾ ਜੀ, ਤਾਂ ਜੋ ਸਾਡਾ ਸੋਚਣਾ ਉੱਠਣਾ ਬੈਠਣਾ ਬੋਲਣਾ ਚੱਲਣਾ ਦੁਆਵਾਂ ਕਰਨਾ ਤੁਹਾਨੂੰ ਪਸੰਦ ਆਵੇ। ਸਾਡੀ ਜ਼ਿੰਦਗੀ ਦੇ ਹਰ ਇੱਕ ਪਲ ਦੇ ਵਿੱਚ ਤੁਹਾਡੀ ਹੀ ਮਰਜ਼ੀ ਇੱਛਾ ਨੂੰ ਮੰਗਦੇ ਹੋਏ ਖੁਦਾਵੰਦ, ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ। ਆਮੀਨ ਆਮੀਨ ਆਮੀਨ।